शहीदां नूं श्रद्धांजलि दिंदा है। ते साध संगत आओ जागो वाले सिंघां नूं सरवण करिए, जिन्हां बारे आपां सारे जानते हाँ कि इंटरनेशनल तौर ते हमेशा ही अपनी पंथ की चढ़ती कला दी अपना योगदान हर तरह नाल पाउंदे रहिंदे ने। उन्हां तों ज्ञानी अनूप सिंह साहब जी अमृतसर साहब वाले भुलां चुकां दी मुआफी। वाहिगुरू जी का खालसा, वाहिगुरू जी की फतेह। वाहिगुरू वाहिगुरू। देशवासियों मित्रों मेहरबानो, तुहाडा धर्म बचाया ता खालसे ने। काली तवी वर्गे तुहाडे चेहरियां नूं सूहा रंग चढ़ाया ता खालसे ने। तुहाडे मोए जून जोगे बनाया ता खालसे ने। आप फांसियां दे तख्ते झूट के ते दिल्ली तख्त देवाया ता खालसे ने। पंजा तख्ता पंजा दरियावां दी धरती पंजाब दी जेरी मौत दी हैक दे वसदी है इको मां पंजाबण जो खालसे दी अपने पुत मरवा के हसदी है। कदे मंगिया किसे नाराज दिते राज ताबिया तेग तलवार देने राज ये के इतफाक दे मगर आउंदे राज आशिक तेग दी धार देने राज मंगी दे खून जवानियां दा राज मंगी दे खून जवानियां दा जेड़े कौम बदले आपा वार देने आउण लगे भी खून दे नाल आउंदे जान लगे भी खून खलार देने। जल भी धर्मों दा कीते विरोध होया
ਜਾਨਾ ਹੱਸ ਕੇ ਵਾਰੀਆਂ ਖਾਲਸੇ ਨੇ। ਗੁਰੂ ਗ੍ਰੰਥ ਤੇ ਪੰਥ ਦੀ ਸ਼ਾਨ ਬਦਲੇ, ਲਾਈਆਂ ਅਰਸ਼ ਉਡਾਰੀਆਂ ਖਾਲਸੇ ਨੇ। ਤੇਗ ਸਿਦਕ ਤੇ ਅਨਕ ਦੀ ਲੈ ਗੁੜਤੀ, ਦੇਗਾ ਫੇਰ ਹੀ ਧਾਰੀਆਂ ਖਾਲਸੇ ਨੇ। ਮੌਤ ਖਾਲਸੇ ਤੋਂ ਜੀਵਨ ਮੰਗਦੀ ਐ, ਤੇਗਾ ਮੌਤ ਨੂੰ ਮਾਰੀਆਂ ਖਾਲਸੇ ਨੇ। ਜਦ ਵੀ ਧਰਮ ਦਾ ਕਿਤੇ ਵਿਰੋਧ ਹੋਇਆ, ਜਾਨਾ ਹੱਸ ਕੇ ਵਾਰੀਆਂ ਖਾਲਸੇ ਨੇ। ਗੁਰੂ ਗ੍ਰੰਥ ਤੇ ਪੰਥ ਦੀ ਸ਼ਾਨ ਬਦਲੇ, ਲਾਈਆਂ ਅਰਸ਼ ਉਡਾਰੀਆਂ ਖਾਲਸੇ ਨੇ। ਸਿਦਕ ਤੇ ਅਨਕ ਦੀ ਲੈ ਗੁੜਤੀ, ਦੇਗਾ ਫੇਰ ਹੀ ਧਾਰੀਆਂ ਖਾਲਸੇ ਨੇ। ਮੌਤ ਖਾਲਸੇ ਤੋਂ ਜੀਵਨ ਮੰਗਦੀ ਐ, ਤੇਗਾ ਮੌਤ ਨੂੰ ਮਾਰੀਆਂ ਖਾਲਸੇ ਨੇ। ਵਾਂਗ ਮਰਨਾ, ਜਿਉਣਾ ਜੋਧਿਆਂ ਦਾ ਮਰਦਾਂ ਵਾਂਗ ਮਰਨਾ। ਮੁੱਢੋਂ ਰਿਹਾ ਨਿਸ਼ਾਨਾ ਏ ਖਾਲਸੇ ਦਾ, ਚੜ੍ਹਦੀ ਕਲਾ ਸਰਬੱਤ ਦੇ ਭਲੇ ਵਾਲਾ। ਉੱਚਾ ਸੁੱਚਾ ਤਰਾਨਾ ਏ ਖਾਲਸੇ ਦਾ। ਓ ਸੀਸ ਤਲੀ ਤਰ ਯਾਰ ਦੀ ਗਲੀ ਜਾਣਾ, ਰੱਬੀ ਰੂਪ ਦੀਵਾਨਾ ਹੈ ਖਾਲਸੇ ਦਾ। ਜਿਹਦੀ ਕੁੱਟ ਪੀ ਕੇ ਜੜੀਆਂ ਬਾਜ ਮਾਰੇ, ਬਾਜ ਮਾਰੇ ਬਈ ਸਿੰਘੋ ਬਾਜ ਮਾਰੇ। ਅੰਮ੍ਰਿਤਮਈ ਖਜ਼ਾਨਾ ਹੈ ਖਾਲਸੇ ਦਾ। ਸ਼ਾਂਤਮਈ ਰਹਿਣਾ ਨਿਰਾ ਸਿੱਖਿਆ ਨਹੀਂ, ਕੌਮੀ ਅਣਖ ਨੂੰ ਮਾਰੇ ਜਾ ਸੱਟ ਦੁਸ਼ਮਣ, ਉਥੇ ਸ਼ਾਂਤੀ ਦਾ ਕਿੱਥੇ ਫਿਰ ਜਾਪ ਹੁੰਦਾ। ਉਸ ਵੇਲੇ ਕੋਈ ਜੰਮਦਾ ਸ਼ੇਰ ਨਲੂਆ, ਉਸ ਵੇਲੇ ਕੋਈ ਪੈਦਾ ਪ੍ਰਤਾਪ ਹੁੰਦਾ। ਕੌਮਾਂ ਵਾਸਤੇ ਮਰਨ ਦਾ ਪਾਕ ਜਜ਼ਬਾ, ਕੌਮਾਂ ਵਾਸਤੇ ਮਰਨ ਦਾ ਪਾਕ ਜਜ਼ਬਾ। ਪੈਦਾ ਦਿਲਾਂ ਅੰਦਰ ਆਪਣੇ ਆਪ ਹੁੰਦਾ, ਕਿਉਂਕਿ ਜ਼ੁਲਮ ਕਰਨਾ ਹੁੰਦਾ ਏ ਪਾਪ। ਜੇ ਕਰ ਜ਼ੁਲਮ ਝੱਲਣਾ ਵੀ ਮਹਾ ਪਾਪ ਹੁੰਦਾ। ਸ਼ਾਂਤਮਈ ਰਹਿਣਾ ਮੇਰਾ ਸਿੱਖਿਆ ਨਹੀਂ, ਲੜੇ ਖਾਲਸਾ ਤੇਗ ਦੀ ਤਾਰ ਬਣ ਕੇ। ਇਹਨੂੰ ਪਿਤਾ ਦਸ਼ਮੇਸ਼ ਨੇ ਸਾਜਿਆ ਏ, ਸਾਜਿਆ ਏ ਬਈ ਸਾਨੂੰ ਸਾਜਿਆ ਏ। ਲੜੇ ਸੋ ਖਾਲਸਾ ਸਿੰਘ ਜੁਝਾਰ ਬਣ ਕੇ। ਕੂੜਾ ਫੁੱਲ ਗੁਲਾਬ ਦਾ ਮਿੱਤਰਾਂ ਨੂੰ, ਕੂੜਾ ਫੁੱਲ ਗੁਲਾਬ ਦਾ ਮਿੱਤਰਾਂ ਲਈ। ਵੱਜੇ ਵੈਰੀਆਂ ਨੂੰ ਤਿੱਖਾ ਤਾਰ ਬਣ ਕੇ, 1.25 ਲੱਖ ਨਾਲ ਖਾਲਸਾ ਲੜੇ ਕੱਲਾ। ਗੱਜੇ ਜੰਗ ਵਿੱਚ ਸ਼ਾਹ ਸਵਾਰ ਬਣ ਕੇ। ਜੜੀ ਚਰਖੜੀ ਆਲਿਆਂ ਚੀਰ ਛੱਡੇ, ਚੀਰ ਛੱਡੇ, ਚੀਰ ਛੱਡੇ ਦੀ ਜੋੜੇ ਚੀਰ ਛੱਡੇ ਦੀ ਚੜੇ। ਚਰਖੜੀ ਆਲਿਆਂ ਚੀਰ ਛੱਡੇ, ਬੰਦ ਬੰਦ ਕਟਵਾਏ ਤਾਂ ਖਾਲਸੇ ਨੇ। ਇੱਟਾਂ ਹੱਡੀਆਂ ਮੇਜ ਦਾ ਲਾਗਾਰਾ, ਕੌਮੀ ਮਹਿਲ ਬਣਾਏ ਤਾਂ ਖਾਲਸੇ ਨੇ। ਸ਼ਾਨ ਖਾਲਸੇ ਦੀ ਉੱਚੀ ਜੰਗ ਨਾਲੋਂ, ਸ਼ਾਨ ਖਾਲਸੇ ਦੀ ਉੱਚੀ ਜੰਗ ਨਾਲੋਂ। ਸੀਸ ਤਲੀ ਟਿਕਾਏ ਤਾਂ ਖਾਲਸੇ ਨੇ, ਧਰਤੀ ਕੰਬੀ ਅਸਮਾਨ ਵੀ ਡੋਲ ਗਿਆ। ਅਟਕ ਜਹੇ ਅਟਕਾਏ ਤਾਂ ਖਾਲਸੇ ਨੇ। ਫੇਰ ਬਿਜਲੀ ਅਜੇ ਵੀ ਸਿੰਘਾਂ ਦੀ ਤੇਗ ਅੰਦਰ, ਉਹ ਬਿਜਲੀ ਅਜੇ ਵੀ ਸਿੰਘਾਂ ਦੀ
ਅਰਸ਼ ਵੀ ਕਰੇ ਸਜਦਾ ਉੱਚਾ ਝੁੱਲਦਾ ਝੰਡਾ ਏ ਖਾਲਸੇ ਦਾ ਜਿੱਥੇ ਸੱਚ ਤੇ ਝੂਠ ਦੀ ਪਰਖ ਹੋਵੇ ਬੋਲ ਤੋਲ ਦਾ ਖੰਡਾ ਹੈ ਖਾਲਸੇ ਦਾ ਜਿਹਦੀ ਲੋਹ ਤੋਂ ਜੱਗ ਨੂੰ ਮਿਲੇ ਚਾਨਣ ਉੱਚਾ ਝੁੱਲਦਾ ਝੰਡਾ ਹੈ ਖਾਲਸੇ ਦਾ ਉੱਚਾ ਝੁੱਲਦਾ ਝੰਡਾ ਹੈ ਖਾਲਸੇ ਦਾ ਉੱਚਾ ਝੁੱਲਦਾ ਝੰਡਾ ਹੈ ਖਾਲਸੇ ਦਾ ਸਤਿ ਸ੍ਰੀ ਅਕਾਲ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀਓ, ਆਓ ਸ਼ਹੀਦਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਸ ਕਰਕੇ 1984 ਵੇਲੇ ਜੋ ਸਾਡੇ ਤੇ ਹਮਲਾ ਹੋਇਆ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਕਮਾਂਡ ਦੇ ਹੇਠ ਜੂਝ ਰਹੇ ਸਿੰਘਾਂ ਨੇ ਕਿਸ ਤਰ੍ਹਾਂ ਸ਼ਹੀਦੀਆਂ ਦਿੱਤੀਆਂ, ਉਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਆਪਾਂ ਆਪਣੀ ਰਸਨਾ ਨੂੰ ਪਵਿੱਤਰ ਕਰਦੇ ਹੋਏ ਗੱਜ ਕੇ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਬਹੁਤ ਵਡਭਾਗੀ ਹੋ ਜੋ ਇਸ ਵੇਲੇ ਜੋ ਦੇਸ਼ਾਂ ਵਿਦੇਸ਼ਾਂ ਜਾਂ ਸਾਰੀ ਦੁਨੀਆ ਵਿੱਚ ਜੋ ਮਹਾਮਾਰੀ ਚੱਲ ਰਹੀ ਹੈ ਉਸ ਨਾਲ ਜੂਝਦੇ ਹੋਏ ਫੇਰ ਵੀ ਆਪਣੇ ਸ਼ਹੀਦਾਂ ਨਾਲ ਪਿਆਰ ਵਿਖਾਲਦੇ ਹੋਏ ਆਪਾਂ ਅੱਜ ਦੇ ਦਿਹਾੜੇ ਨੂੰ ਜਾਂ ਜਿਹੜਾ ਕੱਲ ਲੰਘ ਕੇ ਗਿਆ ਜਾਂ ਇਹਨਾਂ ਦਿਨਾਂ ਵਿੱਚ ਗੁਰੂ ਪਿਆਰੇ ਖਾਲਸਾ ਜੀ ਭਾਈ ਮੇਜਰ ਸਿੰਘ ਜੀ ਨਾਗੋਕੇ ਜੋ 10 ਤਰੀਕ ਨੂੰ ਸ਼ਹੀਦ ਹੋਏ ਸੀ, ਉਸੇ ਸਥਾਨ ਦੇ ਉੱਤੇ ਤੁਸੀਂ ਸੁਣਿਆ ਹੋਣਾ ਬਹੁਤ ਵੇਰਾਂ ਇਹਨਾਂ ਦਿਨਾਂ ਦੇ ਵਿੱਚ ਵੀ ਜੰਗ ਤਕਰੀਬਨ ਚੱਲ ਰਹੀ ਸੀ ਪੂਰੀ, ਜਾਣੀ ਕਹਿਣ ਤੋਂ ਭਾਵ ਹੈ ਪੂਰਾ ਉਹਨਾਂ ਕੋਲ ਕੰਟਰੋਲ ਨਹੀਂ ਹੋ ਸਕਿਆ ਸੀਗਾ ਗਵਰਨਮੈਂਟ ਤੋਂ, ਜਿਨ੍ਹਾਂ ਨੇ ਆਪਣੇ ਆਪ ਨੂੰ 7ਵੀਂ ਤਾਕਤ ਖਵਾਉਂਦੀ ਸੀ। ਤੇ ਆਪਾਂ ਅੱਜ ਦੇ ਸਮੇਂ ਵਿੱਚ ਤਕਰੀਬਨ 50 ਮਿੰਟ ਦਾ ਸਮਾਂ ਹੈ ਜੋ ਆਪਾਂ ਸ਼ਹੀਦਾਂ ਦੇ ਗੁਣ ਗਾਉਣੇ ਹਨ ਤੇ 84 ਦਾ ਜੋ ਹਮਲਾ ਹੋਇਆ ਉਸ ਬਾਰੇ ਜੋ ਛੰਦਾਬੰਦੀ ਕਵੀਆਂ ਦੀਆਂ ਕਲਮਾਂ ਨੇ ਲਿਖ ਕੇ ਤੁਹਾਡੇ ਵਿੱਚ ਪੇਸ਼ ਕੀਤੀ ਹੈ ਉਹ ਆਪਾਂ ਵਡਭਾਗੀ ਹੋਵਾਂਗੇ ਕਿ ਉਹਨੇ ਕਿ ਸਮੇਂ ਨੂੰ ਆਪਾਂ ਗੁਰੂ ਦੇ ਲੇਖੇ ਲਾ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਗੁਰੂ ਪਿਆਰੇ ਖਾਲਸਾ ਜੀ ਜੋ ਧਰਮ ਯੁੱਧ ਮੋਰਚਾ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਲਾਇਆ ਅਤੇ ਉਹਨਾਂ ਦੀ ਚੜ੍ਹਦੀ ਕਲਾ ਵੇਖ ਕੇ ਸਾਰੀਆਂ ਜਥੇਬੰਦੀਆਂ ਨੇ ਆ ਕੇ ਸਾਥ ਦੇਣਾ ਸ਼ੁਰੂ ਕੀਤਾ। ਏਕਤਾ ਹੋ ਗਈ ਤੇ ਏਕਤਾ ਹੋ ਵੀ ਗਈ, ਪਰ ਜਦੋਂ ਨਿਸ਼ਾਨਾ ਦੇਖਿਆ ਵੀ ਕਰੜਾ ਮਹਾਂਪੁਰਖ ਕਿਸੇ ਸੌਦੇਬਾਜ਼ੀ ਵਿੱਚ ਪੈਣ ਨੂੰ ਤਿਆਰ ਨਹੀਂ ਤਾਂ ਉਸੇ ਤਰ੍ਹਾਂ ਏਕਤਾ ਜਿਹੜੀ ਆ ਦਫਾੜ ਹੁੰਦੀ ਗਈ, ਬੰਦੇ ਟੁੱਟਦੇ ਗਏ ਨਾਲੋਂ ਜਿਹੜੇ ਮਤਲਬ ਵਾਸਤੇ ਆਉਂਦੇ ਸੀ। ਤੇ ਆਪਾਂ ਨੂੰ ਪਤਾ ਇਸ ਦੇ ਪ੍ਰੂਫ ਦੀ ਲੋੜ ਨਹੀਂ ਕਿ 1984 ਵਿੱਚ ਜੇ ਜੂਝੇ ਦਾ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਤੇ ਜਾਂ ਉਹਨਾਂ ਦੀ ਵਿਚਾਰਧਾਰਾ ਦੇ ਨਾਲ ਜੋ ਸਿੰਘ ਸਹਿਮਤ ਸੰਗ ਉਹਨਾਂ ਨੇ ਉੱਥੇ ਸ਼ਹੀਦੀਆਂ ਦਿੱਤੀਆਂ, ਕੁਰਬਾਨੀਆਂ ਕੀਤੀਆਂ। ਬਾਕੀ ਆਪਾਂ ਨੂੰ ਪਤਾ ਉਦੋਂ ਬਾਅਦ ਦੇ ਵਿੱਚ ਵੀ ਪ੍ਰਭਾਵਿਤ ਹੋ ਕੇ ਮਹਾਂਪੁਰਖਾਂ ਦੇ ਬਚਨ ਕਿ ਗਵਰਨਮੈਂਟ ਚਾਹੁੰਦੀ ਸੀ ਕਿ ਅਸੀਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਤੇ ਨਾਲ ਦੇ ਸਿੰਘਾਂ ਨੂੰ ਸ਼ਹੀਦ ਕਰਕੇ ਖਰੇ ਅਸੀਂ ਬਹੁਤ ਵੱਡਾ ਮਾਰਕਾ ਮਾਰ ਲੈਣਾ, ਪਰ ਗੁਰੂ ਪਿਆਰੇ ਖਾਲਸਾ ਜੀ ਦਾਸ ਬਹੁਤ ਵਾਰੀ ਬੇਨਤੀ ਕਰ ਚੁੱਕਾ ਹੈ ਕਿ ਅਟਲ ਸਚਾਈਆਂ ਹਨ। ਜਦੋਂ ਕੋਈ ਜਹਾਜ਼ ਕਿਸੇ ਵੀ ਸਮੁੰਦਰ ਵਿੱਚ ਜਾਂ ਚਟਾਨ ਨਾਲ ਟਕਰਾ ਕੇ ਡਿੱਗ ਪੈਂਦਾ ਹੈ, ਭਾਵੇਂ ਉਹ ਜਹਾਜ਼ ਬਰਫ਼ ਵਿੱਚ ਜਾ ਕੇ ਲੁਕ ਜਵੇ ਨਾ ਵੀ ਲੱਭੇ, ਪਰ ਜਦੋਂ ਵੀ ਉਹ ਲੱਭੂਗਾ ਉਹਦੇ ਵਿੱਚ ਇੱਕ ਬਲੈਕ ਬਾਕਸ ਨੂੰ ਕਹਿੰਦੇ ਆ, ਉਹਦੇ ਵਿੱਚ ਪਾਇਲਟ ਦਾ ਮੈਸੇਜ ਹੁੰਦਾ ਹੈ। ਉਹ ਮੈਸੇਜ ਤੋਂ ਸਾਰਾ ਕਲੀਅਰ ਹੋ ਜਾਂਦਾ ਵੀ ਜਹਾਜ਼ ਵਿੱਚ ਕੀ ਨੁਕਸ ਪਿਆ, ਕਿਹਦੀ ਗਲਤੀ ਨਾਲ ਡਿੱਗਾ ਜਾਂ ਕੀ ਹੋਇਆ ਜਾਂ ਕਿਸ ਤਰ੍ਹਾਂ ਕੰਟਰੋਲ ਇਹਦਾ ਖਰਾਬ ਹੋ ਗਿਆ। ਉਹ ਚੀਜ਼ਾਂ ਮਹਾਂਪੁਰਖਾਂ ਨੇ ਅਟੈਕ ਤੋਂ ਪਹਿਲਾਂ ਆਪਣੇ ਸਾਹਮਣੇ ਟੇਪਾਂ ਵਿੱਚ ਭਰ ਦਿੱਤੀਆਂ ਹਨ ਤੇ ਜਿਹੜੇ ਸੰਗਤਾਂ ਨੂੰ ਪਤਾ ਅੱਜ ਤੱਕ ਜੇ ਜੁਝਾਰੂ ਸੂਰਮੇ ਖਾੜਕੂ ਸਿੰਘ ਜਥੇਬੰਦੀਆਂ ਉਸ ਮੈਸੇਜ ਨੂੰ ਲੈ ਕੇ ਚੱਲ ਰਹੀਆਂ ਹਨ, ਉਹ ਸਦਾ ਹੀ ਕਾਮਯਾਬ ਰਹਿਣਗੀਆਂ, ਸਤਿਕਾਰ ਲੈਣਗੀਆਂ, ਉਹਨਾਂ ਦਾ ਸਤਿਕਾਰ ਵੱਧਦਾ ਹੀ ਜਾਏਗਾ। ਤੇ ਜੋ ਉਹਨਾਂ ਮਹਾਂਪੁਰਖਾਂ ਦੇ ਬਚਨਾਂ ਤੋਂ ਉਰਾ-ਪਰਾਂ ਕਰਨ ਦੀ ਗੱਲ ਕਰਨਗੇ ਉਹਨਾਂ ਨੂੰ ਮਾਰ ਖਾਣੀ ਪੈਂਦੀ ਹੈ ਤੇ ਉਹਨਾਂ ਦੇ ਜਿਹੜੇ ਮਗਰ ਲੱਗਦੇ ਹਨ ਉਹਨਾਂ ਨੂੰ ਵੀ ਘਾਟਾ ਖਾਣਾ ਪੈਂਦਾ ਹੈ। ਸੋ ਜਦੋਂ ਇਹ ਮੋਰਚਾ ਲੱਗਾ, ਮੋਰਚੇ ਨੂੰ ਤਾਰ ਪੀਡੋ ਕਰਨ ਵਾਸਤੇ ਬਹੁਤ ਤਰ੍ਹਾਂ ਦੀਆਂ ਚਾਲਾਂ ਚੱਲੀਆਂ ਗਈਆਂ, ਮਹਾਂਪੁਰਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ। ਮਹਾਂਪੁਰਖ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਚੱਲ ਗਏ। ਉਸ ਤੋਂ ਉਪਰੰਤ ਤੁਹਾਨੂੰ ਪਤਾ ਵੀ ਸੰਤਾਂ ਦੇ ਅਟੈਕ ਕਰਨ ਵਾਸਤੇ ਪ੍ਰਕਰਮਾਂ ਵਿੱਚ ਵੀ ਹਮਲੇ ਕਰਨ ਦੀ ਯੋਜਨਾ ਗਵਰਨਮੈਂਟ ਨੇ ਬਣਾਈ, ਪਰ ਉਹ ਬੰਦੇ ਫੜ ਹੁੰਦੇ ਰਹੇ ਕਿਉਂਕਿ ਉਹ ਬੰਦੇ ਕਹਿੰਦੇ ਸਾਨੂੰ ਡਰ ਲੱਗਦਾ ਕਿ ਮਹਾਂਪੁਰਖਾਂ ਦੇ ਨਾਲ 200-250 ਪਤੰਗਿਆਂ ਵਰਗਾ ਸਿੰਘ ਜਦੋਂ ਜਾਂਦਾ ਹੈ ਸ਼ਸਤਰਧਾਰੀ ਤੇ ਅਸੀਂ ਸ਼ਸਤਰ ਚਲਾ ਹੀ ਨਹੀਂ ਸਕਦੇ ਸੀ ਗੁਰੂ ਦੀ
ਇੰਨੀ ਉਹਨਾਂ ਤੇ ਕਿਰਪਾ ਸੀ। ਫੇਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਵੀ ਹਥਿਆਰਾਂ ਤੇ ਪਾਬੰਦੀ ਲਾਈ ਕਿ ਕੋਈ ਅਗਨੀ ਸ਼ਸਤਰ ਲੈ ਕੇ ਨਾ ਆਵੇ। ਇਹਨਾਂ ਗੱਲਾਂ ਦਾ ਗੁਰੂ ਪਿਆਰੇ ਖਾਲਸਾ ਜੀ ਆਮ ਜਿਹੜੇ ਆ ਬੰਦੇ ਵਿਖਿਆਨ ਨਹੀਂ ਕਰਦੇ, ਕਿਉਂਕਿ ਹੋਰ ਹੀ ਹਿਸਾਬ ਦਾ ਪ੍ਰਚਾਰ ਕਰਦੇ, ਢਿੱਲਾ ਮੱਠਾ ਜਿਹਾ ਕਰਦੇ ਰਹਿੰਦੇ। ਇਸ ਕਰਕੇ ਆਪਾਂ ਨੂੰ ਪ੍ਰਚਾਰ ਤੋਂ ਵੀ ਬਹੁਤ ਬਚਣ ਦੀ ਲੋੜ ਹੈ। ਜਿੰਨੀ ਅੱਜ ਖੁਰਾਕ ਖਾਣ ਵਾਸਤੇ ਗੁਰੂ ਪਿਆਰੇ ਖਾਲਸਾ ਜੀ ਦੁਨੀਆ ਦੇ ਵਿੱਚ ਹੈਗੀ ਆ, ਉਹਨਾਂ ਆਪਾਂ ਨੂੰ ਪਤਾ ਵਧੇਜ ਰੱਖਣ ਦੀ ਵੀ ਬਹੁਤ ਲੋੜ ਆ। ਖਾਣ ਵਾਸਤੇ ਚੀਜ਼ਾਂ ਬਹੁਤ ਆ, ਪਰ ਆਪਾਂ ਨੂੰ ਵਧੇਜ ਨਾ ਖਾਣ ਦੇ ਨਾਲ ਉਹ ਬਚ ਸਕਦਾ ਜਿਹੜਾ ਘੱਟ ਖਾਊਗਾ, ਜਿਹੜਾ ਵਧੇਜ ਨਾਲ ਖਾਊਗਾ। ਤੇ ਪ੍ਰਚਾਰ ਇੰਨਾ ਜ਼ਿਆਦਾ ਆ ਰਿਹਾ ਹਰੇਕ ਸਾਧਨ ਦੇ ਰਾਹੀਂ, ਪਰ ਆਪਾਂ ਨੂੰ ਉਹਦੇ ਵਿੱਚ ਦੇਖਣਾ ਪੈਣਾ ਪ੍ਰਚਾਰ ਕੌਣ ਕਰ ਰਿਹਾ, ਕੌਣ ਸੱਚਾ ਕਰ ਰਿਹਾ, ਕੌਣ ਝੂਠਾ ਕਰ ਰਿਹਾ। ਜੇ ਆਪਾਂ ਕਹੀਏ ਨੇ ਜੀ ਪਤਾ ਨਹੀਂ ਲੱਗਦਾ, ਨਹੀਂ, ਗੁਰੂ ਪਿਆਰੇ ਖਾਲਸਾ ਜੀ ਆਪਾਂ ਨੂੰ ਪਤਾ ਲੱਗ ਜਾਂਦਾ। ਜਦੋਂ ਆਪਾਂ ਪੰਜਾਬ ਤੋਂ ਹੁਣ ਤੱਕ ਘੱਟ ਆਉਂਦੇ ਨੌਜਵਾਨ ਜਿਹੜੇ ਆਏ ਆ, ਜਦੋਂ ਪੋਲੀਟੀਕਲ ਸਟੇਜ ਤੇ ਆਉਂਦੇ ਆ, ਜਿਹੜੇ ਉਹਨੇ ਬਿਆਨ ਦਿੱਤੇ ਹੁੰਦੇ ਇਮੀਗ੍ਰੇਸ਼ਨ ਕੋਲ, ਉਹਨੂੰ ਪਤਾ ਹੁੰਦਾ ਆ ਵੀ ਮੈਂ ਉੱਥੇ ਕੀਤਾ ਕੀ ਆ ਤੇ ਮੈਂ ਕਹਿਣਾ ਕੀ ਆ। ਤੇ ਉਹ ਵਕੀਲ ਨੂੰ ਪੁੱਛ ਕੇ ਕਹਿੰਦਾ, ਵਕੀਲ ਕਹਿੰਦਾ ਜੇ ਆਹ ਬਿਆਨ ਦਵੇ ਤੇ ਤੇਰੇ ਪਰਿਵਾਰ ਦੀ ਤੇਰੀ ਚੜ੍ਹਦੀ ਕਲਾ ਹੋ ਸਕਦੀ ਆ। ਜੇ ਅਕਾਊਂਟੈਂਟ ਆਪਾਂ ਨੂੰ ਜਦੋਂ ਸਲਾਹ ਦਿੰਦਾ ਨਾ, ਕਹਿੰਦਾ ਭਾਈ ਇੰਨੇ ਪੈਸੇ ਇਸ ਤਰ੍ਹਾਂ ਕਰ, ਇਦਾਂ ਇਸ ਤਰ੍ਹਾਂ ਕਰ, ਫੇਰ ਤੇਰਾ ਕੰਮ ਸੂਤ ਆ ਸਕਦਾ। ਵਕੀਲ ਕਹਿੰਦਾ ਭਾਵੇਂ ਤੂੰ ਇਹਦੇ ਕੇਸ ਦੇ ਵਿੱਚ ਤੂੰ ਅੱਖੀਂ ਡਿੱਠਾ ਹਾਲ ਜਾਂ ਉਸ ਵੇਲੇ ਦਾ ਗਵਾਹ ਹੈ, ਕੇਸ ਚੱਲ ਰਿਹਾ, ਪਰ ਜੇ ਤੂੰ ਵਕੀਲ ਕਹਿੰਦਾ ਮੇਰੇ ਆਖੇ ਲਾ ਕੇ ਏਦਾਂ ਦੇ ਬਿਆਨ ਦਵੇਂਗਾ ਤਾਂ ਫੇਰ ਤੇਰੀ ਚੜ੍ਹਦੀ ਕਲਾ ਹੋਵੇਗੀ। ਤੇ ਇਦਾਂ ਇਹਨੂੰ ਜਿੱਥੇ ਮਰਜ਼ੀ ਵਧਾ ਕੇ ਲੈ ਜਾਓ। ਜਾਂ ਵਿਚੋਲਾ ਵੀ ਇਦਾਂ ਹੀ ਕਰਦਾ ਹੁੰਦਾ, ਜਦੋਂ ਰਿਸ਼ਤੇ ਕਰਾਉਂਦੇ ਆ ਕਈ ਵਾਧਾ ਘਾਟਾ ਕਰਕੇ ਕਹਿੰਦੇ ਚਲੋ ਜੀ ਕੰਮ ਨਿਬੇੜੋ। ਕਹਿਣ ਤੋਂ ਭਾਵ ਹੁੰਦਾ ਗੁਰੂ ਪਿਆਰੇ ਖਾਲਸਾ ਜੀ, ਜੋ ਅੱਜ ਕੱਲ ਮੀਡੀਆ ਦੇ ਵਿੱਚ ਜਾਂ ਕੋਈ ਪ੍ਰੋਫੈਸਰ, ਵਕੀਲ ਜਾਂ ਹੋਰ, ਉਹਨਾਂ 'ਚ ਤੁਹਾਨੂੰ ਦੇਖਣਾ ਪੈਣਾ ਸੱਚਾਈ ਕਿੰਨੀ ਆ। ਇਹ ਨਹੀਂ ਅਸੀਂ ਕਹਿੰਦੇ ਅਕਾਊਂਟੈਂਟ ਸਾਰਾ ਹੀ ਝੂਠ ਬੋਲਦਾ, ਨਹੀਂ, ਪਰ ਵਿੱਚੋਂ ਬਣਾ ਕੇ ਤੁਹਾਨੂੰ ਚੀਜ਼ਾਂ ਟੈਕਸ ਵਾਲਿਆਂ ਤੋਂ ਆਪਾਂ ਕਿੱਦਾਂ ਬਚਣਾ ਆਪਾਂ ਨੂੰ ਪਤਾ। ਇਸ ਕਰਕੇ ਇਹਨਾਂ ਚੀਜ਼ਾਂ ਦਾ ਪ੍ਰਚਾਰ ਜਿਹੜਾ ਉਸ ਵੇਲੇ ਵੀ ਇਦਾਂ ਹੁੰਦਾ ਸੀ, ਹੁਣ ਵੀ ਹੁੰਦਾ, ਪਰ ਆਪਾਂ ਥੋੜਾ ਸਮਝ ਕੇ ਚੱਲਣਾ। ਇਸ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਗੁਰੂ ਪਿਆਰੇ ਖਾਲਸਾ ਜੀ ਇਹ ਕਿਹਾ ਸੀ ਅਗਨੀ ਸ਼ਸਤਰ ਲੈ ਕੇ ਇੱਥੇ ਮੱਥਾ ਨਾ ਟੇਕਣਾ। ਉਹਦਾ ਕਾਰਨ ਇਹ ਸੀਗਾ ਕਿ ਮਹਾਂਪੁਰਖਾਂ ਤੇ ਹਮਲਾ ਕਰਨਾ ਸੌਖਾ ਹੋ ਜੇ, ਪਰ ਉਹ ਨਹੀਂ ਹੋ ਸਕਿਆ। ਫਿਰ ਉਹ ਹੁਕਮਨਾਮਾ ਜਾਂ ਕਹਿ ਲੋ ਜਾਂ ਐਲਾਨ ਵਾਪਸ ਵੀ ਲੈਣਾ ਪਿਆ। ਫਿਰ ਉਦੋਂ ਬਾਅਦ ਚ ਸੋਢੀ ਦੀ ਸ਼ਹੀਦੀ ਹੁੰਦੀ, ਆਪਾਂ ਨੂੰ ਪਤਾ। ਸੋਢੀ ਦੀ ਸ਼ਹੀਦੀ ਤੋਂ ਬਾਅਦ ਚ 5 ਜਿਹੜੇ ਕਾਤਲ ਆ ਨਾ, ਉਹ 4 ਜਿਹੜੇ 24 ਘੰਟੇ ਜੇ ਸੋਧੇ ਗਏ। ਉਸ ਤੋਂ ਬਾਅਦ ਦੇ ਵਿੱਚ 25 ਅਪ੍ਰੈਲ 1984 ਨੂੰ ਗੁਰਚਰਨ ਸਿੰਘ ਸਕੱਤਰ ਅਕਾਲੀ ਦਲ ਦੀ ਮਾਂ ਹੁੰਦਾ ਉਹ ਗੁਰੂ ਪਿਆਰੇ ਖਾਲਸਾ ਜੀ, ਉਸ ਨੇ ਇੱਕ ਚਿੱਠੀ ਲਿਖੀ ਇੰਦਰਾ ਗਾਂਧੀ ਨੂੰ। ਉਸ ਚਿੱਠੀ ਦੇ ਵਿੱਚ ਉਹ ਕੀ ਲਿਖਦਾ, ਉਹ ਕਹਿੰਦਾ ਵੀ ਸਾਨੂੰ ਕਿੰਨਾ ਖਤਰਾ ਸੀ। ਕੀ ਉਹ ਚਿੱਠੀ ਦਾ ਜੋ ਮਜ਼ਮੂਨ ਹੈ, ਕਵੀ ਦੀ ਕਲਮ ਨੇ ਆਪਣੇ ਹਿਸਾਬ ਦੇ ਨਾਲ ਜਾਂ ਉਸ ਸਮੇਂ ਦੀ ਅਸਲੀਅਤ ਨਾਲ ਜੋ ਚੀਜ਼ਾਂ ਬਾਹਰ ਆਈਆਂ, ਜਿਹੜੀਆਂ ਪ੍ਰੂਫ ਆ, ਜਿਹੜੀਆਂ ਮਹਾਂਪੁਰਖਾਂ ਨੇ ਆਪ ਵੀ ਪਹਿਲੋਂ ਉਹਨੇ ਟੂਕ ਮਾਤਰ ਦੱਸਿਆ ਵੀ ਸਾਡੇ ਨਾਲ ਇਹ ਕੀ ਕਰਦੇ ਆ, ਉਸ ਚੀਜ਼ ਨੂੰ ਕਲਮਬੰਦ ਕਰਕੇ ਕਵੀ ਨੇ ਉਹ ਖਿਆਲ ਦਿੱਤਾ ਜੀ। ਭਿੰਡਰਾਂ ਵਾਲੇ ਤੋਂ ਦੇਸ਼ ਨੂੰ ਬਹੁਤ ਖਤਰਾ, ਖਤ ਇੰਦਰਾ ਨੂੰ ਪਾਇਆ ਤਾਂ ਆਪਣਿਆਂ ਨੇ। ਗੁਰੂ ਰਾਮਦਾਸ ਤੇਰੇ ਦਰਬਾਰ ਉੱਤੇ ਹਮਲਾ ਵੀ ਕਰਵਾਇਆ ਤਾਂ ਆਪਣਿਆਂ ਨੇ। ਇਹ ਗੁਰਚਰਨ ਸਕੱਤਰ ਨੇ ਚਿੱਠੀ ਲਿਖੀ ਇੰਦਰਾ ਨੂੰ ਪਾਈ, ਲੌਂਗੋਵਾਲ ਤੋਂ ਸਾਈਨ ਕਰਾ ਸਫਦਰ ਜਾਂਗੀ ਰੋਡ ਪਹੁੰਚਾਈ। ਓ ਬੀਬੀ ਕੱਲ ਫੌਜਾਂ ਨੂੰ ਪਿੰਡਰਾਂ ਵਾਲਾ ਦੂਰ ਪਹੁੰਚਾ ਦੇ, ਕੱਢ ਪਿੰਡਰਾਂ ਵਾਲੇ ਨੂੰ ਬੀਬੀ ਸਾਡੀ ਜਾਨ ਬਚਾ ਦੇ। ਗੁਰਚਰਨ ਸਕੱਤਰ ਨੇ ਚਿੱਠੀ ਲਿਖੀ ਇੰਦਰਾ ਨੂੰ ਪਾਈ, ਲੌਂਗੋਵਾਲ ਤੋਂ ਸਾਈਨ ਕਰਾ ਸਫਦਰ ਜਾਂਗੀ ਰੋਡ ਪਹੁੰਚਾਈ। ਓ ਬੀਬੀ ਗੱਲ ਇੰਦਰਾ, ਬੀਬੀ ਗੱਲ ਫੌਜਾਂ ਨੂੰ ਪਿੰਡਰਾਂ ਵਾਲਾ ਦੂਰ ਪਹੁੰਚਾ ਦੇ, ਕੱਢ ਪਿੰਡਰਾਂ ਵਾਲੇ ਨੂੰ ਬੀਬੀ ਸਾਡੀ ਜਾਨ ਬਚਾ ਦੇ। ਸਭ ਹੀਲੇ ਕਰ ਲੈਨੇ ਨਾਨਕ ਨਿਵਾਸ ਚੋਂ ਬਾਹਰ ਕਢਾਇਆ, ਇਹਦੇ ਅਸਰ ਤੋਂ ਬਚਣੇ ਲਈ ਮੰਜੀ ਸਾਹਿਬ ਚੋਂ ਬੰਦ ਕਰਵਾਇਆ। ਓ ਫਿਰ ਵੀ ਇਹ ਵੱਧਦਾ ਗਿਆ, ਫੌਜਾਂ ਭੇਜ ਕੇ ਜੜਾਂ ਖਿਲਾ ਦੇ, ਕੱਢ ਪਿੰਡਰਾਂ ਵਾਲੇ ਨੂੰ ਬੀਬੀ ਸਾਡੀ ਜਾਨ ਬਚਾ ਦੇ। ਪਿਆ ਅਸਰ ਜਵਾਨੀ ਤੇ, ਪਿਆ ਅਸਰ ਜਵਾਨੀ ਤੇ, ਗੱਲਾਂ ਜੋ ਸਿੱਖੀ ਦੀਆਂ ਕਰਦਾ ਸਭ ਆਖੇ ਲੱਗਦੇ ਨੇ।
ਜੋਦਾ ਕੋਈ ਮਰਨੋਂ ਨਾ ਡਰਦਾ। ਸਭ ਅਫਸਰ ਸਹਿਮ ਗਏ, ਸਖਤੀ ਕਰਕੇ ਸਹਿਮ ਹਟਾ ਦੇ, ਕੱਢ ਪਿੰਡਰਾਂ ਵਾਲੇ ਨੂੰ, ਬੀਬੀ ਸਾਡੀ ਜਾਨ ਬਚਾ ਦੇ। ਉਹ ਸੋਢੀ ਮਰਵਾ ਕੇ ਵੀ, ਸੋਢੀ ਮਰਵਾ ਕੇ ਵੀ ਸਾਡਾ ਕੰਮ ਸਿਰੇ ਨਾ ਚੜਿਆ। ਉਹ ਨਾ ਸੋਧ ਕਾਤਲਾਂ ਨੂੰ ਸਾਡਾ ਕੰਮ ਸਿਰੇ ਨਾ ਧਰਿਆ। ਉਹ ਨਾ ਪਕੜ ਕਾਤਲਾਂ ਨੂੰ ਕਰਤਾ ਠੁੱਸ ਮਿਸ਼ਨ ਜੋ ਫੜਿਆ। ਉਹਨਾਂ ਚਾਰ ਮਾਰ ਲਏ ਨੇ, ਮਦਦ ਕਰਕੇ ਹੋਰ ਬਚਾ ਦੇ, ਕੱਢ ਪਿੰਡਰਾਂ ਵਾਲੇ ਨੂੰ, ਬੀਬੀ ਸਾਡੀ ਜਾਨ ਬਚਾ ਦੇ। ਸ਼ਿੰਦਾ ਬਲਜੀਤ ਮਰੇ, ਮਦਦੀ ਚਾਵਲਾ ਬੁੜਕਾਇਆ, ਵਿੱਚ 24 ਘੰਟਿਆਂ ਦੇ ਮਲਕ ਭਾਟੀਆ ਗੱਡੀ ਚੜਾਇਆ। ਉਹ ਗਦਰਾ ਜਿੰਦ ਸਾਡੀ ਨੂੰ, ਖਤਰਾ ਜਿੰਦ ਸਾਡੀ ਨੂੰ, ਮਦਦ ਕਰਕੇ ਹੱਥ ਵਿਖਾ ਦੇ, ਕੱਢ ਪਿੰਡਰਾਂ ਵਾਲੇ ਨੂੰ, ਬੀਬੀ ਸਾਡੀ ਜਾਨ ਬਚਾ ਦੇ। ਜੋ ਕੁਝ ਕਰ ਸਕਦੇ ਸੀ ਹੱਦੋਂ ਵੱਧ ਜ਼ੋਰ ਅਸੀਂ ਲਾਇਆ। ਹੁਣ ਜਾਨ ਨੂੰ ਖਤਰਾ ਹੈ, ਇੱਕ ਵੀ ਆ ਕਦਮ ਜੇ ਅੱਗੇ ਵਧਾਇਆ। ਸਿਰ ਮੌਤ ਕੂਕਦੀ ਹੈ, ਫੌਜਾਂ ਭੇਜ ਕੇ ਪਰੇ ਕਰਾ ਦੇ, ਕੱਢ ਪਿੰਡਰਾਂ ਵਾਲੇ ਨੂੰ, ਬੀਬੀ ਸਾਡੀ ਜਾਨ ਬਚਾ ਦੇ। ਉਹ ਤਾਂ ਕਿ ਉਹਦੇ ਸਾਥੀਆਂ ਨੂੰ ਸਾਡੀ ਜਾਨ ਮੁੱਠੀ ਵਿੱਚ ਆਵੇ। ਲੋਕ ਲੋਕ ਦਿਨ ਕੱਟਦੇ ਖਬਰੇ ਕਿਸ ਦਾ ਨੰਬਰ ਲਾਵੇ। ਉਹ ਤੇਰੇ ਹੱਥ ਤਾਕਤ ਹੈ, ਸਾਡੇ ਕਸ਼ਟ ਪਹਾੜ ਗਿਰਾ ਦੇ, ਬੀਬੀ ਕਲ ਫੌਜਾਂ ਨੂੰ, ਪਿੰਡਰਾਂ ਵਾਲਾ ਦੂਰ ਪਜਾ ਦੇ। ਤੱਕ ਹਰੀਆਂ ਵਰਦੀਆਂ ਨੂੰ, ਤੱਕ ਹਰੀਆਂ ਵਰਦੀਆਂ ਨੂੰ, ਲੱਗਦਾ ਕੰਬ ਇਹਨਾਂ ਨੇ ਜਾਣਾ। ਪਹਿਲਾਂ ਵਾਂਗੂ ਬਣਿਆ ਰਹੂ ਸਾਡਾ ਤੁਹਾਡਾ ਸਾਖ ਪੁਰਾਣਾ। ਮਰਨੋਂ ਦਿਲ ਸਹਿਮੇ ਹਾਂ, ਬਚਨ ਲਈ ਝੰਡੀ ਖੜੀ ਦਿਖਾ ਦੇ, ਕੱਢ ਪਿੰਡਰਾਂ ਵਾਲੇ ਨੂੰ, ਬੀਬੀ ਸਾਡੀ ਜਾਨ ਬਚਾ ਦੇ। ਦੇਰੀ ਹੁਣ ਕੀਤੀ ਜੇ, ਦੇਰੀ ਹੁਣ ਕੀਤੀ ਜੇ, ਬਹੁਤੇ ਦਿਨ ਲੰਘਣੇ ਨਹੀਂ ਸਾਡੇ। ਅਣਗਹਿਲੀ ਕੀਤੀ ਜੇ, ਮਦਦੀ ਕੋਈ ਬਚਣੇ ਨਹੀਂ ਤੁਹਾਡੇ। ਉਹ ਜਾਗੋ ਵਾਲੇ ਪੱਤਰਾਂ ਨੂੰ, ਜਾਗੋ ਵਾਲੇ ਪੱਤਰਾਂ ਨੂੰ, ਵੇਖੀ ਖਬਰ ਕੋਈ ਨਾ ਜਾਵੇ, ਕੱਢ ਪਿੰਡਰਾਂ ਵਾਲੇ ਨੂੰ, ਬੀਬੀ ਸਾਡੀ ਜਾਨ ਬਚਾ ਦੇ। ਬਸ ਗੁਰੂ ਪਿਆਰਿਓ, ਇਹ ਚਿੱਠੀ ਮਿਲਣ ਦੀ ਢੇਰ ਸੀ, ਕਿਉਂਕਿ ਏਜੰਸੀਆਂ ਆਪਣੇ ਆਪ ਕੰਮ ਕਰਦੀਆਂ ਹੁੰਦੀਆਂ। ਉਹਨਾਂ ਨੂੰ ਸਾਰਾ ਪਹਿਲੋਂ ਪਤਾ ਹੁੰਦਾ, ਤਿਆਰੀ ਉਹਨਾਂ ਨੇ ਪਹਿਲੋਂ ਸੀ ਤੋਂ ਹੀ ਲੈ ਕੇ ਸੀ। ਉਹਨਾਂ ਨੂੰ ਪਤਾ ਹੁੰਦਾ ਕੌਣ ਕੋਈ ਕੀ ਕਰ ਰਿਹਾ। ਜਿਹੜੇ ਫੁੱਟਬਾਲ ਦੇ ਕਲੱਬ ਹੁੰਦੇ, ਖਿਡਾਰੀ ਹੁੰਦੇ, ਉਹਨੂੰ ਸਾਰੀ ਦੁਨੀਆ ਦੇ ਫੁੱਟਬਾਲਰ ਜਿਹੜੇ ਟੌਪ ਦੀ ਲਾਈਨ ਤੇ ਹੁੰਦੇ ਉਹਨਾਂ ਨੂੰ ਪਤਾ ਹੁੰਦਾ। ਭਲਵਾਨਾਂ ਨੂੰ ਪਤਾ ਹੁੰਦਾ, ਕਬੱਡੀ ਵਾਲਿਆਂ ਨੂੰ ਪਤਾ ਹੁੰਦਾ, ਕਥਾਕਾਰਾਂ ਨੂੰ ਪਤਾ ਹੁੰਦਾ, ਕਵੀਸ਼ਰਾਂ ਨੂੰ ਕਵੀਸ਼ਰਾਂ ਦਾ ਪਤਾ ਹੁੰਦਾ, ਘੁਲਣ ਵਾਲਿਆਂ ਨੂੰ ਘੁਲਣ ਦਾ ਪਤਾ ਹੁੰਦਾ, ਸਾਰਿਆਂ ਨੂੰ। ਇਸ ਕਰਕੇ ਸਿੱਖ ਕੌਮ ਦਾ ਜਦੋਂ ਤੋਂ ਗੁਰੂ ਪਿਆਰੇ ਸੱਚੇ ਪਾਤਸ਼ਾਹ ਜੀ ਹੋਂਦ ਵਿੱਚ ਆਈ ਆ, ਉਦੋਂ ਦਾ ਲੈ ਕੇ ਸਾਰੀ ਦੁਨੀਆ ਨੂੰ ਪਤਾ ਹੈ ਕਿ ਸਿੱਖ ਕੌਮ ਕਿੰਨੀ ਬਹਾਦਰੀ ਤੋਂ ਕੰਮ ਲੈ ਕੇ, ਕਿੰਨੀ ਬਹਾਦਰੀ ਨਾਲ ਆਪਣੀ ਜਾਨ ਹੀਲ ਕੇ ਲੜਦੀ ਆ। ਬਸ ਇਹ ਤਿਆਰੀਆਂ ਤਾਂ ਪਹਿਲਾਂ ਸੀ, ਤੇ ਬਹਾਨਾ ਹੁੰਦਾ ਆ, ਕਿਉਂਕਿ ਆਪਾਂ ਨੂੰ ਪਤਾ ਵੀ ਆਪਾਂ ਵਿਆਹ ਸ਼ਾਦੀਆਂ ਕਰਦੇ 2-2 ਸਾਲ ਤੋਂ ਆਪਣੀ ਤਿਆਰੀ ਹੁੰਦੀ ਹੈ। ਸਿਰਫ ਸਾਹੇ ਚਿੱਠੀ ਜਾਂ ਕਾਰਡ ਛਪਾਉਣ ਦੇ ਨਾਲ ਉਹਲੇ ਦਿਨ ਨਿਸ਼ਚਿਤ ਹੋ ਜਾਂਦਾ। ਜਦੋਂ ਚਿੱਠੀ ਗਈ ਹੈ, ਉਸ ਵੇਲੇ ਇੰਦਰਾ ਗਾਂਧੀ ਨੇ ਆਪਣਾ ਮੰਤਰੀ ਮੰਡਲ ਵਿਰੋਧੀਆਂ ਨੂੰ ਸਾਰਿਆਂ ਨੂੰ ਇਕੱਠੇ ਕੀਤਾ। ਇਕੱਠੇ ਕਰਕੇ ਤੇ ਥੋੜੀ ਜੀ ਗੁੱਸੇ ਵਿੱਚ ਆ ਕੇ, ਕਹਿ ਲੋ ਰੋਹ ਵਿੱਚ ਆ ਕੇ, ਜਾਂ ਆਪਣਾ ਰੋਹ ਪਾਉਣਾ ਚਾਹੁੰਦੀ ਆ ਪ੍ਰਧਾਨ ਮੰਤਰੀ ਤੇ ਮੰਤਰੀ ਮੰਡਲ ਦੇ ਵਿੱਚ ਆਪਣੀ ਸਪੀਚ ਕਰਦੀ ਇਕੱਠਿਆਂ ਕਰਕੇ ਵੀ ਆਪਾਂ ਕੀ ਕਰਨਾ ਚਾਹੀਦਾ ਆਪਾਂ ਨੂੰ। ਸਾਨੂੰ ਚਿੱਠੀ ਵੀ ਆ ਗਈ ਆ ਤੇ ਹੁਣ ਆਪਾਂ ਇਸ ਦੀ ਤਿਆਰੀ ਕਿੱਦਾਂ ਕਰਨੀ ਆ, ਕਿਉਂਕਿ ਲੈਕਚਰ ਕਰਨ ਦਾ ਬਹੁਤਾ ਸਮਾਂ ਨਹੀਂ ਤੇ ਨਾ ਦਾਸ ਨੂੰ ਬਹੁਤਾ ਲੈਕਚਰ ਆਉਂਦਾ, ਕਿਉਂਕਿ ਸਾਡਾ ਲੈਕਚਰਰ ਅੱਜ ਨਹੀਂ ਆ ਸਕਿਆ। ਇਸ ਕਰਕੇ ਦਾਸ ਜਿੱਦਾਂ ਦੀਆਂ ਬੇਨਤੀਆਂ ਕਰੂਗਾ ਪ੍ਰਵਾਨ ਕਰਿਓ। ਕਵੀ ਨੇ
ਕਲਮ ਦੇ ਵਿੱਚ ਉਸ ਵੇਲੇ ਦੀ ਘਟਨਾ ਨੂੰ ਇਉਂ ਬਿਆਨ ਕੀਤਾ ਜੀ। ਆਗੇ ਵਿੱਚ ਕਰੋਧ ਦੇ ਲੱਗੀ ਕਰਨ ਫਰਮਾਨ, ਫੜੋ ਸੰਤ ਜਰਨੈਲ ਨੂੰ ਕਰਦੀ ਓ ਬਿਆਨ। ਬਾਣੀ ਅੰਦਰਾ ਕਰੋਦੀ ਕੋਲ ਸੱਦੇ ਸਹਿ ਜੋਗੀ, ਕਹਿੰਦੀ ਆਦਾਨ ਹੋ ਗਈ ਸਾਬਰ ਪਿਆਲੇ ਦੀ, ਸਾਰ ਲੈਣੀ ਹੁਣ ਪੈਣੀ ਪਿੰਡ ਰਾਹੇ ਵਾਲੇ ਦੀ। ਓ ਸਾਡਾ ਸੈਂਟਰ ਦਾ ਰਾਜ ਬਹੁਮਤ ਦਾ ਮੁਤਾਜ, ਹਿੰਦੂ ਹੋਣਗੇ ਨਾਰਾਜ਼ ਸਿੱਖ ਜੇ ਦਬਾਏ ਨਾ, ਵਧ ਜਾਣੇ ਬਹੁਤ ਛੇਤੀ ਮਾਰ ਕੇ ਮੁਕਾਏ ਨਾ। ਉਹ ਬਾਣੀ ਅੰਦਰਾ ਕਰੋਦੀ ਕੋਲ ਸੱਦੇ ਸਹਿ ਜੋਗੀ, ਕਹਿੰਦੀ ਹੱਦ ਹੁਣ ਹੋ ਗਈ ਸਾਬਰ ਪਿਆਲੇ ਦੀ, ਸਾਰ ਲੈਣੀ ਹੁਣ ਪੈਣੀ ਪਿੰਡ ਰਾਹੇ ਵਾਲੇ ਦੀ। ਓ ਸਾਡਾ ਸੈਂਟਰ ਦਾ ਰਾਜ ਬਹੁਮਤ ਦਾ ਮੁਤਾਜ, ਹਿੰਦੂ ਹੋਣਗੇ ਨਾਰਾਜ਼ ਸਿੱਖ ਜੇ ਦਬਾਏ ਨਾ, ਵਧ ਜਾਣੇ ਬਹੁਤ ਛੇਤੀ ਮਾਰ ਕੇ ਮੁਕਾਏ ਨਾ। ਉਹ ਕਹਿੰਦੀ ਦੱਸੋ ਕੋਈ ਤਰੀਕਾ ਰੋਗ ਰੋਕਣੇ ਦਾ ਟੀਕਾ, ਸੱਲ ਮੀਟੇ ਮੇਰੇ ਜੀ ਕਾ, ਹਾਂ ਕਹਿ ਦਿਓ ਹੱਸ ਕੇ ਆਜ਼ਾਦੀ ਮੰਗਦੇ ਜੋ ਰੱਖਾਂ ਮੈਂ ਲਗਾਮ ਕੱਸ ਕੇ। ਓ ਬੀਬੀ ਤੂੰ ਵੀ ਸਾਡੀ ਮੁਖੀ, ਹੋਵੇਂ ਕਿਹੜੀ ਗੱਲੋਂ ਦੁਖੀ, ਜਾਂਦੀ ਚਿਰਾਂ ਤੋਂ ਜੋ ਤੁਖੀ ਅੱਗ ਦੱਸੀ ਬਾਲ ਕੇ, ਜਿਹੜਾ ਮੰਨਦਾ ਨੀ ਤੇਰੀ ਰੱਖ ਦਿਓ ਜਾਲ ਕੇ। ਸੰਤ ਭਿੰਡਰਾ ਸੁਟਾਵੇ ਸੱਚ ਲੋਕਾਂ ਨੂੰ ਸੁਣਾਵੇ, ਉਹਨੂੰ ਕਿਹੜਾ ਹੱਥ ਪਾਵੇ CID ਹਾਰ ਗਈ, ਸੋਚ ਉਹਦੇ ਵਾਲੀ ਜੋਰ ਹੈ ਸਿੱਖਾਂ 'ਚ ਧਾਰ ਗਈ। ਓ ਬੀਬੀ ਕਾਲੀ ਸਾਡੇ ਨਾਲ ਦਿੰਦੇ ਚਿੱਠੀਆਂ ਚ ਗਾਲ, ਲਵੋ ਸਮੇਂ ਨੂੰ ਸੰਭਾਲ, ਕਹਿੰਦੇ ਬੋਝਾ ਕੱਲ ਕੇ ਸਿੰਘ ਕੱਢੋ ਦਰ ਬੈਠੇ ਜੋ ਗੁਰਾਂ ਦਾ ਮੱਲ ਕੇ। ਉਹ ਨਾ ਮਾਰਿਆ ਉਹ ਨਾ ਸੋਡੀ ਜੋ ਜੁਝਾਰੂਆਂ ਦਾ ਮੋਢੀ, ਗੱਲ ਮੰਨੀ ਦੇ ਉਹ ਤੁਹਾਡੀ ਸਮੇਂ ਨੂੰ ਗਵਾਵੋ ਨਾ, ਫੌਜ ਭੇਜਣੇ ਵੀ ਬੀਬੀ ਹੁਣ ਦੇਰੀ ਲਾਵੋ ਨਾ। ਰੱਜ ਚੱਲਣੇ ਨੂੰ ਕਹਿੰਦੇ ਭਾਵੇਂ ਲੋਕ ਲੋਕ ਬਹਿੰਦੇ, ਤੁਸੀਂ ਕਿਉਂ ਨਹੀਂ ਉਹਨੂੰ ਪੈਂਦੇ, ਸਮਾਂ ਮਿਲੇ ਜਾਣ ਦਾ ਸਮਾਂ ਮਿਲ ਰਿਹਾ ਚੰਗਾ ਸਿੱਖਾਂ ਨੂੰ ਦਬਾਣ ਦਾ। ਭੇਜੋ ਸਿੱਖ ਜਰਨੈਲ ਹਾਮੀ ਭਰੇ ਗਿਆਨੀ ਜੈਲ, ਕਰੇ ਸਿੱਖਾਂ ਤਾਈ ਘੈਲ ਦੇ ਹੁਕਮ ਗੋਲੀ ਦਾ, ਪਤਾ ਲੱਗਣੇ ਨਾ ਦੇਵੇ ਬਾਹਰ ਖੂਨੀ ਹੋਲੀ ਦਾ। ਆ ਦੁਸ਼ਟ ਚੌਂਕੜੀ ਏ ਸਾਰੀ ਬੰਦ ਨੀਤੀ ਜਿੰਨਾ ਤਾਰੀ, ਸਿੱਖ ਸੀਨਿਆਂ ਤਿਆਰੀ ਪੱਤੜੋ ਚਲਾਉਣ ਲਈ, ਮਦਾ ਪਾਸ ਕੀਤਾ ਸਿੱਖੀ ਤੇ ਗੁਲਾਮੀ ਪਾਉਣ ਲਈ। ਇਸ ਮੰਤਰੀ ਮੰਡਲ ਵਿੱਚ ਗੁਰੂ ਪਿਆਰੇ ਖਾਲਸਾ ਜੀ, ਅਡਵਾਨੀ ਵਰਗਿਆਂ ਨੇ, ਵਾਜਪਾਈ ਵਰਗਿਆਂ ਨੇ, ਸਾਰਿਆਂ ਨੇ ਹਾਮੀ ਭਰੀ ਕਿ ਦੇਰ ਆਈਆਂ ਪਰ ਦਰੁਸਤ ਆਈ ਆ, ਕੋਈ ਗੱਲ ਨਹੀਂ, ਇਹ ਹਮਲਾ ਕਰਨਾ ਚਾਹੀਦਾ, ਕਿਉਂਕਿ ਉਹਨਾਂ ਦਾ ਨਿਸ਼ਾਨਾ ਇੱਕ ਆ ਗੁਰੂ ਪਿਆਰੇ ਖਾਲਸਾ ਜੀ ਸਾਡੇ ਵਾਸਤੇ, ਸਿੱਖਾਂ ਨੂੰ ਕੁਚਲਣ ਵਾਸਤੇ। ਤੇ ਦਾਸ ਇੱਕ ਬੇਨਤੀ ਕਰੂਗਾ, ਜਿਹੜਾ ਇੱਕ ਨਿਸ਼ਾਨਾ ਰੱਖੂਗਾ ਧਰੂ ਤਾਰੇ ਦੀ ਤਰ੍ਹਾਂ,
10ਵੇਂ ਪਾਤਸ਼ਾਹ ਨੇ ਕਿਹਾ ਭਾਈ ਮਾਨ ਸਿੰਘ ਜੀ ਹੁਣਾਂ ਨੂੰ ਬੇਨਤੀ ਕਰਨ ਤੇ ਕਿ ਤੁਸੀਂ ਧਰੂ ਤਾਰੇ ਦੀ ਸੇਧ ਨੂੰ ਆ ਜਿਓ, ਮੈਨੂੰ ਮਿਲ ਪਵੋਗੇ, ਆਪਣਾ ਮਿਲਾਪ ਹੋ ਜਾਵੇਗਾ। ਮਾਛੀਵਾੜੇ ਵਿੱਚ ਹੋ ਗਿਆ। ਤੇ ਜੇ ਉਹ ਵੱਡੇ ਵੱਡੇ ਤਾਰੇ ਜਾਂ ਹੋਰ ਜਾਂ ਸੰਘਣੇ ਤਾਰੇ ਜਾਂ ਬਹੁਤੇ ਤਾਰੇ ਜਾਂ ਕੋਈ ਹੋਰ ਨੇੜੇ ਚਮਕਦਾ ਦੇਖ ਕੇ ਤੁਰ ਪੈਂਦੇ, ਕਦੀ ਮਿਲਾਪ ਨਹੀਂ ਹੁੰਦਾ ਸੀ। ਕਿਉਂ? ਧਰੂ ਤਾਰਾ ਆਪਣੇ ਅਸਥਾਨ ਤੋਂ ਹਿਲਦਾ ਨਹੀਂ। ਇਸ ਕਰਕੇ ਜੋ ਮਹਾਂਪੁਰਖਾਂ ਨੇ ਗੁਰੂ ਪਿਆਰੇ ਖਾਲਸਾ ਜੀ ਨਿਸ਼ਾਨਾ ਦਿੱਤਾ ਸੀ, ਜੇ ਦਰਬਾਰ ਸਾਹਿਬ ਤੇ ਮਿਲਟਰੀ ਪੁਲਿਸ ਦਾ ਹਮਲਾ ਹੋਇਆ ਤੇ ਖਾਲਸਤਾਨ ਦੀ ਨੀਂਹ ਰੱਖੀ ਜਾਵੇਗੀ। ਤੇ ਜਦੋਂ ਗੁਰੂ ਪਿਆਰਿਓ ਖਾਲਸੇ ਪੰਥ ਦੇ ਉੱਤੇ ਹਮਲਾ ਹੋਇਆ, ਗੁਰਧਾਮਾਂ ਤੇ ਗੁਰੂ ਗ੍ਰੰਥ ਸਾਹਿਬ 'ਚ ਗੋਲੀਆਂ ਲੱਗੀਆਂ, ਸਿੰਘਾਂ ਨੇ ਸ਼ਹੀਦੀਆਂ ਦਿੱਤੀਆਂ, ਤੇ ਆਪਣਾ ਕੇਵਲ ਤੇ ਕੇਵਲ ਖਾਲਸਾ ਦਾ ਨਿਸ਼ਾਨਾ ਹੋਣਾ ਚਾਹੀਦਾ, ਤੇ ਉਹਦੀ ਨੀਂਹ ਵੀ ਰੱਖੀ ਜਾ ਚੁੱਕੀ, ਨਕਸ਼ਾ ਉਕਰਿਆ ਗਿਆ। ਇਹ ਚੀਜ਼ਾਂ ਜਿਹੜੀਆਂ ਦੇਖਣ ਨੂੰ ਬਹੁਤ ਭਾਰੀਆਂ ਲੱਗਦੀਆਂ, ਪਰ ਸਿੱਖ ਕੌਮ ਵਾਸਤੇ ਇਹ ਤੋਂ ਬਿਨਾਂ ਗੁਜ਼ਾਰਾ ਨਹੀਂ। ਇੱਕ ਨਿਸ਼ਾਨੇ ਤੇ ਰਵਾਂਗੇ ਤੇ ਆਪਾਂ ਕਾਮਯਾਬ ਹੋਵਾਂਗੇ। ਜਿਸ ਤਰ੍ਹਾਂ ਇਹਨਾਂ ਦਾ ਸਾਰਿਆਂ ਦਾ ਨਿਸ਼ਾਨਾ ਸਿੱਖੀ ਨੂੰ ਮਿਟਾਉਣ ਵਾਸਤੇ ਮੰਤਰੀ ਮੰਡਲ ਵਿੱਚ ਇੱਕ ਨਿਸ਼ਾਨਾ ਹੈ। ਗੁਰੂ ਪਿਆਰੇ ਖਾਲਸਾ ਜੀ 22 ਖਿਡਾਰੀ ਹੁੰਦੇ ਫੁੱਟਬਾਲ ਦੇ ਵਿੱਚ, ਤੇ ਫੁੱਟਬਾਲ ਹੁੰਦਾ ਇੱਕ, ਤੇ 22 ਖੇਡਦੇ ਆ। ਤੇ ਇੰਨੀ ਇੰਟਰਸਟਿੰਗ ਗੇਮ ਆ ਕਿ ਕਿੰਨੇ 200 400 ਪਾਉਂਡ ਰੁਪਏ ਲਾ ਕੇ ਵੀ ਉਹਦੀਆਂ ਟਿਕਟਾਂ ਬੁੱਕ ਹੁੰਦੀਆਂ, ਕਿਉਂਕਿ ਨਿਸ਼ਾਨਾ ਫੁੱਟਬਾਲ ਇੱਕ। ਪਰ ਜੇ ਉੱਥੇ 5-7 ਫੁੱਟਬਾਲ ਸਿੱਟ ਕੇ ਦੇਖ ਲਿਓ ਤੁਸੀਂ, ਜਿਹੜਾ ਮਰਜੀ ਕਿੱਕਾ ਮਾਰੀ ਜਾਵੇ, ਜਿੱਧਰ ਨੂੰ ਮਰਜੀ ਲਾਵੇ, ਕਦੀ ਕਾਮਯਾਬ ਨਹੀਂ ਹੋਊਗਾ, ਕਦੀ ਕੋਈ ਦੇਖਣ ਨਹੀਂ ਜਾਊਗਾ। ਏਦਾਂ ਹੀ ਸਾਡੇ ਨਿਸ਼ਾਨੇ ਜਿਹੜੇ ਉਦੋਂ ਤੋਂ ਲੈ ਕੇ ਕਿਸੇ ਨਾ ਕੋਈ ਇਹ ਸਮਾਂ ਥੋੜਾ ਜਿਹਾ ਵੱਖਰਾ, ਇਹ ਵਿਚਾਰਾ ਆਪਾਂ ਫੇਰ ਕਰਾਂਗੇ। ਮੰਤਰੀ ਮੰਡਲ ਦੇ ਵਿੱਚ ਜਦੋਂ ਇਹਦੀਆਂ ਗੱਲਾਂ ਸੁਣੀਆਂ, ਲੱਛੇਦਾਰ ਸਪੀਚਾਂ ਸੁਣੀਆਂ, ਚਾਹੁੰਦੇ ਤਾਂ ਅੱਗੇ ਬੜਾਈ ਹੁੰਦੀ ਗੱਲ, ਇਹ ਤਾਂ ਐਵੇਂ ਫਾਰਮੈਲਿਟੀ ਹੁੰਦੀ ਇਹਨਾਂ ਦੀ, ਪਹਿਲੋਂ ਤਿਆਰੀ ਹੁੰਦੀ ਹੈ ਸਿੱਖਾਂ ਨੂੰ ਸਭ ਕਿਵੇਂ ਸਿਖਾਉਣਾ। 1975 ਤੋਂ ਲੈ ਕੇ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਤੋਂ ਲੈ ਕੇ ਇਹਨਾਂ ਨੂੰ ਟਕਸਾਲ ਚੁੱਭਦੀ ਸੀ। ਇਸ ਕਰਕੇ ਇਹਨਾਂ ਨੇ ਜੋ ਗੱਲਬਾਤ ਕੀਤੀ ਤੇ ਇਹ ਖੁਸ਼ ਹੋ ਕੇ ਕਹਿਣ ਲੱਗੇ ਵੀ ਤੁਸੀਂ ਠੀਕ ਹੈ ਜੀ, ਮਤਾ ਪਾਸ ਕਰ ਦਿੱਤਾ ਜੀ, ਅਟੈਕ ਕਰਨਾ ਚਾਹੀਦਾ। ਫਿਰ ਨੇ ਜਰਨਲ ਮੁਖੀ ਜਿਹੜੇ ਫੌਜ ਦੇ ਜਿਹੜੇ ਨੇ ਹਮਲਾ ਕਰਨੇ, ਉਹਨਾਂ ਨੂੰ ਇਕੱਠਿਆਂ ਕਰਕੇ ਗੱਲਬਾਤ ਕੀਤੀ ਵੀ ਮੇਰੇ ਪਿੱਛੇ ਸਾਰਾ ਮੇਰੀ ਬੈਕਅਪ ਹੋ ਰਹੀ ਆ, ਸਾਰਾ ਕੁਝ ਮੈਨੂੰ ਉਹਨਾਂ ਨੇ ਇਖਤਿਆਰ ਦਿੱਤੇ ਆ, ਤੇ ਹੁਣ ਮੈਨੂੰ ਕਿਰਪਾ ਕਰਕੇ ਤੁਸੀਂ ਮੇਰੀ ਸਹਾਇਤਾ ਕਰੋ ਤੇ ਆਪਾਂ ਕੋਈ ਮਿਸ਼ਨ ਜਿਹੜਾ ਬਲੂ ਸਟਾਰ ਆਪਰੇਸ਼ਨ ਕਰਨਾ। ਤੇ ਉਸ ਵੇਲੇ ਜਨਰਲ ਕਰਨਲ ਜਿਹੜੇ ਆ ਉਹ ਕਹਿੰਦੇ ਆ ਵੀ ਤੈਨੂੰ ਕੀ ਚਾਹੀਦਾ? ਇੰਦਰਾ ਗਾਂਧੀ ਕਹਿੰਦੀ ਆ ਮੈਨੂੰ ਜੋ ਚਾਹੀਦਾ ਉਹ ਮੈਂ ਤੈਨੂੰ ਦੱਸ ਦਿੰਨੀ ਆ, ਜੋ ਤੁਹਾਨੂੰ ਚਾਹੀਦਾ ਉਹ ਮੇਰੇ ਤੋਂ ਲੈ ਲਿਓ, ਜਦੋਂ ਮਰਜ਼ੀ ਲੈ ਲਿਓ। ਉਸ ਵੇਲੇ ਦੇ ਸਵਾਲ ਜਵਾਬ, ਇੰਦਰਾ ਗਾਂਧੀ ਦੀਆਂ ਗੱਲਾਂ ਜਿਹੜੀਆਂ ਸਿੱਖ ਕੌਮ ਨੂੰ ਢਾਹ ਲਾਉਣ ਵਾਸਤੇ, 1984 ਵਿੱਚ ਸਿੰਘਾਂ ਨੂੰ ਸ਼ਹੀਦ ਕਰਨ ਵਾਸਤੇ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਖਤਮ ਕਰਨ ਵਾਸਤੇ ਜੋ ਸਪੀਚ ਕਰ ਰਹੀ ਆ, ਕਵੀ ਦੀ ਕਲਮ ਨੇ ਇਸ ਤਰ੍ਹਾਂ ਬਿਆਨ ਕੀਤਾ ਜੀ। ਹੋਏ ਗਦਾਰ ਜੋ ਆਪਣੇ ਰਲ ਗਏ ਸੈਂਟਰ ਨਾਲ, ਦਿੱਤਾ ਸਾਥ ਸਰਕਾਰ ਦਾ, ਹੋਏ ਸਭੇ ਗਦਾਰ। ਇੰਦਰਾ ਕੋਲ ਬੁਲਾ ਕੇ ਬੋਲੀ ਜਰਨੈਲਾ, ਜੋ ਕੁਝ ਮੈਨੂੰ ਚਾਹੀਦਾ ਮੈਂ ਦੱਸਾਂ ਪਹਿਲਾਂ, ਹਾਂ ਜੀ ਪਹਿਲਾਂ। ਜੋ ਕੁਝ ਤੁਹਾਨੂੰ ਚਾਹੀਦਾ ਮੰਗ ਲਓ ਸਰਕਾਰੋਂ, ਪਿੰਡਰਾਂ ਵਾਲੇ ਸੰਤ ਨੂੰ ਕੱਢਣਾ ਦਰਬਾਰੋਂ, ਹਾਂ ਦਰਬਾਰੋਂ। ਇੰਦਰਾ ਕੋਲ ਬੁਲਾ ਕੇ ਬੋਲੀ ਜਰਨੈਲਾ, ਜੋ ਕੁਝ ਮੈਨੂੰ ਚਾਹੀਦਾ ਮੈਂ ਦੱਸਾਂ ਪਹਿਲਾਂ, ਹਾਂ ਜੀ ਪਹਿਲਾਂ। ਜੋ ਕੁਝ ਤੁਹਾਨੂੰ ਚਾਹੀਦਾ ਮੰਗ ਲਓ ਸਰਕਾਰੋਂ, ਪਿੰਡਰਾਂ ਵਾਲੇ ਸੰਤ ਨੂੰ ਕੱਢਣਾ ਦਰਬਾਰੋਂ, ਹਾਂ ਦਰਬਾਰੋਂ। ਵੈਦਿਆ ਜਰਨਲ ਮੁਖੀ ਨੂੰ ਇਸ਼ਾਰਾ ਕੀਤਾ, ਮੋਢੇ ਉੱਤੇ ਕਾਇਮ ਤੂੰ ਰੱਖਣਾ ਜੇ ਫੀਤਾ, ਹਾਂ ਜੀ ਫੀਤਾ। ਸਿੱਖ ਕੋਈ ਵੀ ਬਚੇ ਨਾ ਫੌਜਾਂ ਦੀ ਮਾਰੋਂ, ਪਿੰਡਰਾਂ ਵਾਲੇ ਸੰਤ ਨੂੰ ਕੱਢਣਾ ਦਰਬਾਰੋਂ, ਹਾਂ ਦਰਬਾਰੋਂ। ਚੁਣ ਮਿਲੇ ਜਰਨੈਲ ਤੁਸੀਂ ਲੈ ਕੇ ਚੁਣਮਾ ਅਸਲਾ, ਤਾਕਤ ਨਾਲ ਦਬਾ ਦਿਓ ਸਿੱਖੀ ਦਾ ਮਸਲਾ, ਸਿੰਘਾਂ ਦਾ ਮਸਲਾ।
ਕੱਢਣਾ ਦਰਬਾਰੋਂ, ਹਾਂ ਦਰਬਾਰੋਂ। ਓ ਚਿੱਟੇ ਚੋਲੇ ਗੋਲੀ ਜੋ ਬੰਨਣ ਦਸਤਾਰਾਂ, ਚਿੱਟੇ ਚੋਲੇ ਗੋਲੀ ਜੋ ਬੰਨਦੇ ਦਸਤਾਰਾਂ, ਦੱਸੋ ਜਾ ਕੀ ਰੱਖਦੀਆਂ ਤਾਕਤ ਸਰਕਾਰਾਂ, ਹਾਂ ਸਰਕਾਰਾਂ। ਜਿਹੜੇ ਕਹਿੰਦੇ ਅਸੀਂ ਨਹੀਂ ਡਰਦੇ ਸਰਕਾਰੋਂ, ਜਿਹੜੇ ਕਹਿੰਦੇ ਅਸੀਂ ਨਾ ਡਰਦੇ ਸਰਕਾਰੋਂ, ਪਿੰਡਰਾਂ ਵਾਲੇ ਸੰਤ ਨੂੰ ਕੱਢਣਾ ਦਰਬਾਰੋਂ, ਹਾਂ ਦਰਬਾਰੋਂ। ਧਰਮ ਜੋਧ ਦੇ ਨਾਮ ਨਾਲ ਜੈਨ ਸਿੱਖ ਉਭਾਰੇ, SGPC ਕਾਲੀ ਵੀ ਸਾਰੇ ਡਰਦੇ ਸਾਰੇ, ਉਹ ਤੋਂ ਡਰਦੇ ਸਾਰੇ। ਕੱਢ ਮਟਾਉਣਾ ਉਸ ਨੂੰ ਸਿੱਖੀ ਦੀ ਤਾਰੋਂ, ਪਿੰਡਰਾਂ ਵਾਲੇ ਸੰਤ ਨੂੰ ਕੱਢਣਾ ਦਰਬਾਰੋਂ, ਹਾਂ ਦਰਬਾਰੋਂ। ਕੋਲ ਛਕਾ ਕੇ ਖੰਡੇ ਦੀ ਬਾਣੀ ਲੜ ਲਾਉਂਦਾ, ਕੋਲ ਛਕਾ ਕੇ ਖੰਡੇ ਦੀ ਬਾਣੀ ਲੜ ਲਾਉਂਦਾ, ਜੂਝ ਮਾਰੋ ਸਿੱਖ ਕੌਮ ਲਈ ਸਭ ਤਾਈਂ ਸੁਣਾਉਂਦਾ, ਸਿੱਖਾਂ ਤਾਈਂ ਸੁਣਾਉਂਦਾ। ਉਹ ਕਹਿੰਦਾ ਪੈਦਾ ਹੋਏਗਾ ਖੰਡੇ ਦੀ ਤਾਰੋਂ, ਕਹਿੰਦਾ ਪੈਦਾ ਹੋਏਗਾ ਖੰਡੇ ਦੀ ਤਾਰੋਂ, ਪਿੰਡਰਾਂ ਵਾਲੇ ਸੰਤ ਨੂੰ ਕੱਢਣਾ ਦਰਬਾਰੋਂ, ਹਾਂ ਦਰਬਾਰੋਂ। ਤੋਪਾਂ ਟੈਂਕ ਜਹਾਜ਼ ਵੀ ਵਰਤੀ ਜਾਇਓ ਭਾਵੇਂ, ਮੈਂ ਚਾਹੁੰਦੀ ਇਸ ਕੰਮ ਨੂੰ ਦੇਰੀ ਨਾ ਲਾਵੇਂ, ਦੇਰੀ ਨਾ ਲਾਵੇਂ। ਸਿੱਖ ਭਾਲਿਆਂ ਮਿਲੇ ਨਾ ਕਿਸੇ ਗਲੀ ਬਾਜ਼ਾਰੋਂ, ਪਿੰਡਰਾਂ ਵਾਲੇ ਸੰਤ ਨੂੰ ਕੱਢਣਾ ਦਰਬਾਰੋਂ, ਹਾਂ ਦਰਬਾਰੋਂ। ਉਹ ਲਿਖਤੀ ਹੁਕਮ ਫੜਾ ਦਿਆਂ ਇਹ ਹੁਣ ਮੈਂ ਤੈਨੂੰ, ਸਿੱਖ ਜੁਕਾਰੇ ਛੱਡ ਦੇ ਇਹ ਸੁਣਨ ਨਾ ਮੈਨੂੰ, ਇਹ ਦਿਸਣ ਨਾ ਮੈਨੂੰ। ਬਦਲੋ ਚਾਹੁੰਦੀ ਤੋੜੇ ਨੇ ਸਿੱਖ ਸਿੱਖੀ ਤਾਰੋਂ, ਪਿੰਡਰਾਂ ਵਾਲੇ ਸੰਤ ਨੂੰ ਕੱਢਣਾ ਦਰਬਾਰੋਂ, ਹਾਂ ਦਰਬਾਰੋਂ। ਗੁਰੂ ਪਿਆਰੇ ਖਾਲਸਾ ਜੀ, ਛੇਵੇਂ ਪਾਤਸ਼ਾਹ ਤੋਂ ਲੈ ਕੇ ਜਦੋਂ ਤੋਂ ਧਰਮ ਯੁੱਧ ਸ਼ੁਰੂ ਹੋਏ ਤੇ 10ਵੇਂ ਪਾਤਸ਼ਾਹ ਤੱਕ, ਜਾਂ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਸਮੇਂ ਜਾਂ ਬਾਬਾ ਦੀਪ ਸਿੰਘ ਦੇ ਸਮੇਂ, ਇਹਨਾਂ ਜ਼ਾਲਮਾਂ ਦੀ ਬੋਲੀ ਜਿਹੜੀ ਹੋਇਆ ਕਰਦੀ ਆ ਨਾ, ਇਹ ਉਹ ਹੋਇਆ ਕਰਦੀ ਆ ਜੋ ਇੰਦਰਾ ਗਾਂਧੀ ਵੀ ਉਹੀ ਬੋਲ ਰਹੀ ਹੈ ਵੀ ਜਾਂ ਭਿੰਡਰਾਂ ਵਾਲੇ ਨੂੰ ਮਾਰ ਦਿਓ ਜਾਂ ਫੜ ਕੇ ਮੇਰੇ ਪੇਸ਼ ਕਰ ਦਿਓ। ਇਹ ਇਹਨਾਂ ਦੀ ਬੋਲੀ ਹੁੰਦੀ ਆ ਵੀ ਜੋ ਵੀ ਕਰਨਾ ਉਹਨੂੰ ਖਤਮ ਕਰਨਾ ਜਾਂ ਲਿਆ ਕੇ ਪੇਸ਼ ਕਰਨਾ ਮੇਰੇ ਕੋਲ, ਤੇ ਜੋ ਤੁਹਾਨੂੰ ਚਾਹੀਦਾ ਅਸੀਂ ਤੁਹਾਨੂੰ ਦੇ ਦੇਵਾਂਗੇ। ਫਿਰ ਆਪਾਂ ਨੂੰ ਪਤਾ ਵੀ ਇਹਨਾਂ ਨੇ ਦੇਹਰਾਦੂਨ ਦੀਆਂ ਪਹਾੜੀਆਂ ਦੇ ਵਿੱਚ ਤਿਆਰੀ ਕਰਦੇ ਰਹੇ, ਰਿਹਰਸਲਾਂ ਕੀਤੀਆਂ ਪਹਿਲੋਂ ਵੀ, ਉਦੋਂ ਬਾਅਦ ਦੇ ਵਿੱਚ ਵੀ ਕਰਦੇ ਰਹੇ ਵੀ ਅਸੀਂ ਇਸ ਤਰ੍ਹਾਂ ਉੱਥੇ ਕਾਮਯਾਬੀ ਕਰ ਲਾਂਗੇ। ਪਰ ਸਿੱਖ ਕੌਮ ਦਾ ਇਹਨਾਂ ਨੂੰ ਪਤਾ ਨਹੀਂ। ਗੁਰੂ ਪਿਆਰੇ ਖਾਲਸਾ ਜੀ, ਸਿੱਖ ਕੌਮ ਵਾਸਤੇ ਸਦਾ ਹੀ ਭੁਲੇਖੇ ਸਮੇਂ ਦੀਆਂ ਸਰਕਾਰਾਂ ਨੂੰ ਪੈਂਦੇ ਰਹੇ ਆ, ਤੇ ਹੁਣ ਵੀ ਪੈਣੇ ਕੋਈ ਬਾਹਲੀ ਵੱਡੀ ਗੱਲ ਨਹੀਂ। ਆਪਾਂ ਨੂੰ ਪਤਾ ਕਿ 10ਵੇਂ ਪਾਤਸ਼ਾਹ ਦੇ ਨਾਲ ਕਿੰਨੀਆਂ ਜੰਗਾਂ ਸਮੇਂ ਦੀ ਹਕੂਮਤ ਨੇ ਲੜੀਆਂ। ਕਾਹਤੋਂ ਲੜੀਆਂ? ਪਹਿਲੋਂ ਤਾਂ 22 ਧਾਰ ਦੇ ਪਹਾੜੀ ਲੜਦੇ ਰਹੇ, ਕਦੀ ਕਿਸੇ ਨੂੰ ਹਾਥੀ ਨੂੰ ਭੇਜਤਾ ਜਾਂ ਛੋਟੀਆਂ ਮੋਟੀਆਂ ਜੰਗਾਂ, ਤੇ ਉਹਨਾਂ ਨੇ ਕਹਿਣਾ ਨਹੀਂ ਅਸੀਂ ਅਜੇ ਜ਼ੋਰ ਨਹੀਂ ਦਿਖਾ ਲਿਆ, ਅਜੇ ਅਸੀਂ ਵਿਆਹ ਕਰਕੇ ਆਏ ਸੀ ਤਾਂ ਭੰਗਾਣੀ ਦਾ ਜੁੰਦ ਕਾਮਯਾਬ ਨਹੀਂ ਹੋਇਆ, ਅਸੀਂ ਹੋਰ ਜ਼ੋਰ ਮਾਰਾਂਗੇ। ਇਹੋ ਹੀ ਭੁਲੇਖਾ ਅੱਜ ਕੱਲ ਇਹਨਾਂ ਨੂੰ ਪਿਆ ਹੈਗਾ, ਕਿਉਂਕਿ ਪਠਾਨ ਜਿਹੜੇ ਗੁਰੂ ਸਾਹਿਬ ਕੋ ਤਨਖਾਹਾਂ ਲੈ ਕੇ ਭਾਰਤੀ ਪੀਰ ਬੁੱਧੂ ਸ਼ਾਹ ਨੇ ਕਰਾਏ ਸੀ, ਉਹ ਕਹਿਣ ਲੱਗੇ ਉੱਥੇ ਕੜਾਹ ਖਾਣੇ ਤੁਰੇ ਫਿਰਦੇ ਆ। ਪਰ ਇਹ ਗੁਰੂ ਪਿਆਰੇ ਖਾਲਸਾ ਜੀ, ਗੁਰੂ ਸਾਹਿਬ ਨੇ ਤਾਂ ਹਲਵਾਈ ਲੜਾ ਦਿੱਤੇ, ਕਥਾਕਾਰ ਲੜਾ ਦਿੱਤੇ, ਪ੍ਰਚਾਰਕ ਲੜਾ ਦਿੱਤੇ,
ਉੱਥੇ ਗੁਰੂ ਸਾਹਿਬ ਜੀ ਕਿਰਪਾ ਦੇ ਨਾਲ ਇੰਨੀਆਂ ਜ਼ਿਆਦੀਆਂ ਕੁਰਬਾਨੀਆਂ ਦਾ ਜਜ਼ਬਾ ਗੁਰੂ ਸਾਹਿਬ ਨੇ ਭਰਿਆ। ਉਹ ਤਾਂ ਦੱਸਣਾ ਚਾਹੁੰਦੇ ਆ ਵੀ ਸਾਡਾ ਜਿਹੜਾ ਸਿੱਖ ਆ ਇਹਨੂੰ ਘੋੜਿਆਂ ਦੀ ਲਿੱਦ ਹਟਾਉਣ ਵਾਲਾ ਨਾ ਸਮਝੋ। ਬਾਬਾ ਦੀਪ ਸਿੰਘ ਜੀ ਗੁਰੂ ਪਿਆਰਿਓ ਕਲਮਾਂ ਤੇ ਸਿਆਹੀ ਦਾ ਪ੍ਰਬੰਧ ਕਰਦੇ ਗੁਰੂ ਗ੍ਰੰਥ ਸਾਹਿਬ ਦੇ ਵਾਸਤੇ, ਲਿਖਾਈ ਵਾਸਤੇ। ਦਮਦਮਾ ਸਾਹਿਬ ਉਹ ਤੋਂ ਪਹਿਲਾਂ ਜੰਗਾਂ ਵੀ ਲੜ ਚੁੱਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਨਾਲ। ਸਿੰਘ ਇੱਕ ਸਿੱਖ ਹੈ ਜਿਹੜੇ ਸਾਰੇ ਤਰ੍ਹਾਂ ਇਹ ਸਿੱਖ ਮੀਡੀਆ ਵੀ ਆਪ ਹੈ, ਸਿੱਖ ਜੁਝਾਰੂ ਵੀ ਆਪ ਹੈ, ਸਿੱਖ ਕਥਾਕਾਰ ਵੀ ਹੈ, ਸਿੱਖ ਕੀਰਤਨੀਆ ਵੀ ਹੈ, ਸਿੱਖ ਨਿਮਰਤਾ ਦਾ ਪੁੰਜ ਵੀ ਹੈ। ਸਾਰਾ ਕੁਝ ਸਿੱਖੀ ਦੇ ਵਿੱਚ ਗੁਰੂ ਪਿਆਰੇ ਖਾਲਸਾ ਜੀ ਆਉਂਦਾ ਹੈ। ਬਾਬਾ ਦੀਪ ਸਿੰਘ ਜੀ ਕਥਾ ਹੀ ਕਰਦੇ ਸੀ ਨਾ ਉੱਥੇ ਦਮਦਮਾ ਸਾਹਿਬ। ਜਦੋਂ ਸੁਨੇਹਾ ਪਹੁੰਚਿਆ ਕੋਈ ਉਹਨਾਂ ਨੇ ਕੋਈ ਆਪਣੀ ਛਾਉਣੀ ਤੇ ਨਹੀਂ ਖੋਲੀ ਸੀ ਉੱਥੇ ਵੀ ਕੇਵਲ ਅਸੀਂ ਲੜਨਾ ਹੀ ਆ ਤੇ ਜਾਂ ਹਥਿਆਰ ਰੱਖੇ ਆ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾ ਵਾਲੇ ਕਥਾਕਾਰ ਪ੍ਰਚਾਰਕ ਹੀ ਸੀ ਨਾ, ਇਸ ਕਰਕੇ ਭਾਈ ਬਾਬਕ ਜੀ ਛੇਵੇਂ ਪਾਤਸ਼ਾਹ ਦੇ ਰਬਾਬੀ ਸੀ ਜਿਨ੍ਹਾਂ ਨੇ ਬੀਬੀ ਵੀਰੋ ਨੂੰ ਜਿਸਲੇ ਛੇਵੇਂ ਪਾਤਸ਼ਾਹ ਨੂੰ ਆਪਣੇ ਛੱਡਣਾ ਪਿਆ ਹਰਮੰਦਰ ਸਾਹਿਬ ਤੇ ਬੀਬੀ ਵੀਰੋ ਜੀ ਘਰੇ ਰਹਿ ਗਏ ਸੀ। ਭਾਈ ਬਾਬ ਜੀ ਕੀਰਤਨੀਏ ਸਨ, ਰਾਈਫਲ ਫੜ ਕੇ ਤੇ ਉੱਥੇ ਗੱਡੀ ਚੜਾ ਕੇ ਇਹਨਾਂ ਨੂੰ ਦੋਹਾਂ ਤੁਰਕਾਂ ਨੂੰ ਤੇ ਫੇਰ ਬੀਬੀ ਵੀਰੋ ਜੀ ਨੂੰ ਲੈ ਕੇ ਆਏ ਸੀ। ਕਿਉਂਕਿ ਕੱਲੇ ਕੱਲੇ ਸਿੱਖ ਦਾ ਜੋ ਵੀ ਫਰਜ਼ ਬਣਦਾ ਜੋ ਗੁਰੂ ਸਾਹਿਬਾਂ ਨੇ ਕੀਤਾ। ਜੇ ਨੌਵੇਂ ਪਾਤਸ਼ਾਹ ਕਰਤਾਰਪੁਰ ਦੀ ਜੰਗ ਦੇ ਵਿੱਚ ਨਾ ਗੁਰੂ ਪਿਆਰਿਓ ਲੜਦੇ ਆ ਤੇ ਉੱਥੇ ਜ਼ਾਲਮਾਂ ਦਾ ਸਿਰ ਵੱਢਦੇ ਆ, ਪਰ ਉਹਨਾਂ ਜਦੋਂ ਦੇਖਿਆ ਵੀ ਹੁਣ ਇਸ ਵੇਲੇ ਹਿੰਦੂਆਂ ਦੀ ਖਾਤਰ ਜਾਂ ਇਹਨਾਂ ਦਾ ਜ਼ੁਲਮ ਨੂੰ ਮਿਟਾਉਣ ਵਾਸਤੇ ਜਿਨ੍ਹਾਂ ਨੇ ਆ ਕੇ ਬੇਨਤੀ ਕੀਤੀ ਹੈ ਸਾਨੂੰ ਆਪਣਾ ਸਿਰ ਦੇਣਾ ਪੈਣਾ। ਜੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਜਿਹੜੇ ਤਪੇ ਨੂੰ ਲੱਤਾਂ ਤੋਂ ਘਸੀਟ ਕੇ ਮਰਵਾ ਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਬਾਣੀ ਦਰਜ ਆ ਉਹਨਾਂ ਦੇ ਬਾਰੇ ਗੁਰੂ ਪਿਆਰੇ ਖਾਲਸਾ ਜੀ ਜਿਹਦਾ ਆਪਣੇ ਅਥਾਨਕਾ ਉਹਦੀ ਆਉਂਦੀ ਆ ਕਿਦਾਂ ਉਹਨੂੰ ਤਪੇ ਨੂੰ ਮਰਾਇਆ। ਪਰ ਜਿੱਦਣ ਆ ਕੇ ਗੁਰੂ ਕਿਆ ਪੁੱਤਰਾਂ ਨੇ ਗੁਰੂ ਸਾਹਿਬ ਦੇ ਆ ਕੇ ਲੱਤ ਮਾਰੀ ਉਦੋਂ ਕਹਿਣ ਲੱਗੇ ਪੁਰਖਾ ਤੇਰੀ ਲੱਤ ਨੂੰ ਕਿਤੇ ਦਰਦ ਨਹੀਂ ਆ ਗਈ। ਕਿਉਂਕਿ ਸਿੱਖ ਦੇ ਵਿੱਚ ਇੰਨੇ ਜ਼ਿਆਦੇ ਗੁਣ ਹੋਣੇ ਚਾਹੀਦੇ ਆ। ਇਹ ਨਹੀਂ ਵੀ ਅਸੀਂ ਇੱਕ ਗੁਣ ਲੈ ਕੇ ਵੀ ਅਸੀਂ ਤੇ ਕਵੀਸ਼ਰ ਆ ਜੀ ਸਾਡਾ ਕੰਮ ਕਵੀਸ਼ਰੀ ਕਰਨਾ ਜੀ, ਸਾਡਾ ਕੰਮ ਹੋਰ ਨਹੀਂ ਗੱਲਾਂ ਕਰਨੀਆਂ। ਗੁਰੂ ਪਿਆਰੇ ਖਾਲਸਾ ਜੀ ਕਵੀਸ਼ਰਾਂ ਦਾ ਕੰਮ ਨਹੀਂ, ਜੇ ਅਸੀਂ ਤੁਹਾਨੂੰ ਸੁਣਾਉਣੇ ਆ ਤੁਸੀਂ ਵੀ ਕਵੀਸ਼ਰ ਹੀ ਆ, ਗੁਰੂ ਕੇ ਕਵੀ ਆ ਤੁਸੀਂ ਵੀ। ਇਸ ਕਰਕੇ ਇੰਦਰਾ ਨੂੰ ਵੀ ਭੁਲੇਖਾ ਪੈ ਗਿਆ। ਇਹਨੇ ਫੌਜ ਨੂੰ ਤਿਆਰ ਕਰਕੇ ਜਦੋਂ ਗੁਰੂ ਪਿਆਰੇ ਖਾਲਸਾ ਜੀ 1 ਜੂਨ ਨੂੰ ਇਹਨਾਂ ਨੇ ਗੋਲੀ ਚਲਵਾ ਕੇ ਦੇਖੀ। ਮੈਂ ਬਹੁਤਾ ਵਿਸਤਾਰ ਵਿੱਚ ਨਹੀਂ ਜਾਣਾ ਕਿਉਂਕਿ ਸਮਾਂ ਬਹੁਤ ਹੋ ਗਿਆ। ਗਿਆਨੀ ਜੀ ਵੀ ਆਏ ਬੈਠੇ ਬੜੇ ਸਤਿਕਾਰਯੋਗ ਆ ਸਾਡੇ, ਬਹੁਤ ਵਧੀਆ ਤੁਹਾਨੂੰ ਪ੍ਰਸੰਗ ਸੁਣਾਉਣਗੇ, ਉਹ ਵੀ ਕਥਾ ਦੇ ਦੁਆਰਾ ਨਿਹਾਲ ਕਰਨਗੇ। ਗੁਰੂ ਪਿਆਰੇ ਖਾਲਸਾ ਜੀ ਜਦੋਂ ਫੌਜ ਨੂੰ ਲੈ ਕੇ ਆਉਂਦੇ ਆ ਨਾ 1 ਜੂਨ ਨੂੰ ਇਹਨਾਂ ਨੇ ਗੋਲੀ ਚਲਾ ਕੇ ਟੈਸਟ ਫਾਇਰ ਕੀਤਾ। ਇੱਕ ਚੰਡੀਗੜ੍ਹ ਇਹਨਾਂ ਨੇ ਬਣਾਇਆ ਸੀ ਆਫਿਸ ਆਪਣਾ, ਇੱਕ ਅੰਮ੍ਰਿਤਸਰ ਸਾਹਿਬ ਬਣਾਇਆ ਸੀ ਤੇ ਇੱਕ ਸੀਗਾ ਦਿੱਲੀ ਰਾਜੀਵ ਗਾਂਧੀ ਜਿੱਥੋਂ ਕਮਾਂਡ ਕਰਦਾ ਸੀ। ਇਸ ਵੇਲੇ ਸ਼ਾਇਦ ਉੱਥੇ ਬੈਠਾ ਹੋਵੇ ਚੀਫ ਆਫ ਦੀ ਆਰਮੀ। ਇਹਨਾਂ ਨੇ ਟੈਸਟ ਫਾਇਰ ਕੀਤਾ ਜਿਹਦੇ ਵਿੱਚ ਮਹਿੰਗਾ ਸਿੰਘ ਬੱਬਰ, ਰਾਮ ਸਿੰਘ ਬੋਲਾ ਦਮਦਮੀ ਟਕਸਾਲ ਦਾ ਵਿਦਿਆਰਥੀ ਉਹ ਯੂਪੀ ਵਾਲਾ ਉਹ ਸ਼ਹੀਦ ਹੋ ਜਾਂਦਾ ਤੇ 7 ਕਿ 8 ਸਿੰਘ ਹੋਰ ਸੰਗਤ ਦੇ ਵੀ ਸ਼ਹੀਦ ਹੋ ਜਾਂਦੇ ਆ। ਤੇ ਸਿੰਘਾਂ ਨੂੰ ਬਚਨ ਸੀਗਾ ਮਹਾਂਪੁਰਖਾਂ ਦਾ ਤੇ ਜਾਂ ਕਹਿ ਲਓ ਭਾਈ ਜਨਰਲ ਸਵੇਤ ਸਿੰਘ ਜੀ ਦਾ ਵੀ ਆਪਾਂ ਅਜੇ ਫਾਇਰ ਨਹੀਂ ਕਰਨੇ ਕਿਉਂਕਿ ਇਹਨਾਂ ਟੈਸਟ ਫਾਇਰ ਕਰਨਾ, ਆਪਾਂ ਭੇਦ ਨਹੀਂ ਦੇਣਾ। ਉਸ ਭੇਦ ਤੋਂ ਬਾਅਦ ਚ ਇਹਨਾਂ ਨੇ ਕਿਹਾ ਵੀ 2 ਘੰਟੇ ਵਿੱਚ ਅਸੀਂ ਇਹ ਜਿਹੜਾ ਅੱਤਵਾਦੀ ਆ ਸਾਰੇ ਫਲਸ਼ ਕਰ ਦਿਆਂਗੇ। ਫਿਰ ਇਹਨਾਂ ਨੇ ਗੁਰੂ ਪਿਆਰੇ ਖਾਲਸਾ ਜੀ 3 ਜੂਨ ਨੂੰ ਗੁਰੂ ਸਾਹਿਬ ਦਾ ਅਵਤਾਰ ਦਿਹਾੜਾ ਸੀ ਗੁਰੂ ਪੰਜਵੇਂ ਪਾਤਸ਼ਾਹ ਜੀ ਦਾ, ਉਸ ਦਿਨ ਆਇਆ। ਉਹਦੇ ਵਿੱਚ ਇਹਨਾਂ ਨੇ ਸੰਗਤਾਂ ਨੂੰ ਅੰਦਰ ਜਾ ਲੈਣ ਦਿੱਤਾ ਤੇ ਜਿਹੜੇ ਲਾਗੇ ਘਰਾਂ 'ਚ ਤਲਾਸ਼ੀਆਂ ਲੈ ਰਹੇ ਆ ਤੇ ਕੁਝ ਸੰਗਤਾਂ ਕਹਿੰਦੀਆਂ ਅੱਗੇ ਵੀ ਇੱਥੇ ਹੱਲਾ ਗੱਲਾ ਹੁੰਦਾ ਰਹਿੰਦਾ ਆ ਪਰ ਅਸੀਂ ਦਰਬਾਰ ਸਾਹਿਬ 'ਚ ਆ ਜਾਣਾ। ਉਹਨਾਂ ਨੇ ਆਪਣਾ ਕੀਮਤੀ ਸਮਾਨ ਗਹਿਣੇ ਗੱਟੇ ਜਾਂ ਕਹਿ ਲਓ ਕੈਸ਼ ਲੈ ਕੇ ਦਰਬਾਰ ਸਾਹਿਬ 'ਚ ਆ ਗਏ। ਫਿਰ ਤਲਾਸ਼ੀਆਂ ਲੈਣੀਆਂ ਮੋਰੋਂ ਚੁੱਕ ਕੇ ਨਾ ਲੈ ਜਾਣਾ। ਉਹ ਦਰਬਾਰ ਸਾਹਿਬ ਦੇ ਵਿੱਚ 3 ਤਰੀਕ ਨੂੰ ਘੇਰੇ ਗਏ। 4 ਤਰੀਕ ਨੂੰ ਫਿਰ ਇਹਨਾਂ ਨੇ ਗੁਰੂ ਪਿਆਰੇ ਖਾਲਸਾ ਜੀ ਦਹਿਸ਼ਤ ਪਾਉਣ ਵਾਸਤੇ ਜਦੋਂ ਦੇਖਿਆ ਨਹੀਂ ਕਾਬੂ ਆਉਂਦੇ ਇਹਨਾਂ ਨੇ ਦੂਰੋਂ ਤੋਪ ਦਾ ਗੋਲਾ ਮਾਰਿਆ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹੋਰ ਜਿੱਥੇ ਵੀ ਇਹਨਾਂ ਤੋਂ ਲੱਗਾ। ਉਸ ਗੋਲੇ ਨਾਲ ਇਹਨਾਂ ਡਰਾਉਣਾ ਸ਼ੁਰੂ ਕੀਤਾ ਤੇ ਨਾਲੇ ਇਹਨਾਂ ਨੇ ਇਨਫੈਂਟਰੀ ਵਾਰਨੀ ਸ਼ੁਰੂ ਕੀਤੀ। 4 ਜੂਨ ਦੀ ਸਵੇਰ ਨੂੰ ਗੁਰੂ ਪਿਆਰੇ ਖਾਲਸਾ ਜੀ ਇਹਨਾਂ ਨੇ ਗੋਲਾ ਮਾਰ ਕੇ ਡਰਾ ਕੇ ਜਿਸ ਤਰ੍ਹਾਂ ਸ੍ਰੀ ਦਰਬਾਰ ਸਾਹਿਬ ਦੇ ਉੱਤੇ ਸਿੱਖਾਂ ਨੂੰ ਚੈਲੰਜ ਕੀਤਾ ਤੇ ਸਿੱਖਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ। ਉਸ ਵੇਲੇ ਦੀਆਂ ਜਿਹੜੀਆਂ ਲਾਈਨਾਂ ਹਨ ਉਹਨੂੰ ਕਵੀ ਨੇ ਇਸ ਤਰ੍ਹਾਂ ਬਿਆਨ ਕੀਤਾ। ਚੜਿਆ ਮਹੀਨਾ ਜੂਨ ਦਾ ਸਾਡੇ ਸੀਨੇ ਪਾਉਂਦਾ ਛੇਕ, ਤੂੰ ਲੰਬੂ ਲਾਇਆ ਤਖਤ ਨੂੰ ਸਾਨੂੰ ਅਜੇ ਵੀ ਆਉਂਦਾ ਸੇਕ। 4 ਜੂਨ ਦੀ ਸਵੇਰ ਚਾੜੇ ਫੌਜਾਂ ਦੇ ਹਨੇਰਾ,
ਫੌਜਾਂ ਹੱਲਾ ਬੋਲਿਆ ਅੱਜ ਅੰਮ੍ਰਿਤ ਵੇਲੇ ਦਰਬਾਰ ਸਾਹਿਬ 'ਚ ਫੌਜਾਂ ਖੂਨ ਡੋਲਿਆ ਗੁਰੂ ਆਸਾ ਜੀ ਦੀ ਵਾਰ ਵੰਡੇ ਦਿਲਾਂ ਨੂੰ ਪਿਆਰ ਬੈਠੇ ਸਿੱਖ ਪਰਿਵਾਰ ਲਾ ਕੇ ਸਮਾਧੀਆਂ ਕੀਤੇ ਸ਼ਾਂਤ ਬਾਣੀ ਨੇ ਕੀਤੇ ਛਲਣੀ ਸਰੀਰ ਰੱਬ ਨੂੰ ਤੇ ਆਉਂਦਿਆਂ ਦੇ ਜ਼ਾਲਮਾਂ ਦੀ ਢਾਣੀ ਨੇ 4 ਜੂਨ ਦੀ ਸਵੇਰ ਚਾੜੇ ਫੌਜਾਂ ਦੇ ਹਨੇਰਾਂ ਤੋਪਾਂ ਗੋਲੇ ਦਿੱਤੇ ਕੇਰ ਤਖਤ ਤੇ ਅਕਾਲ ਤੇ ਫੌਜਾਂ ਹੱਲਾ ਬੋਲਿਆ ਅੱਜ ਅੰਮ੍ਰਿਤ ਵੇਲੇ ਦਰਬਾਰ ਸਾਹਿਬ 'ਚ ਫੌਜਾਂ ਖੂਨ ਡੋਲਿਆ ਗੁਰੂ ਆਸਾ ਜੀ ਦੀ ਵਾਰ ਵੰਡੇ ਦਿਲਾਂ ਨੂੰ ਪਿਆਰ ਬੈਠੇ ਸਿੱਖ ਪਰਿਵਾਰ ਲਾ ਕੇ ਸਮਾਧੀਆਂ ਕੀਤੇ ਸ਼ਾਂਤ ਬਾਣੀ ਨੇ ਕੀਤੇ ਛਲਣੀ ਸਰੀਰ ਰੱਬ ਨੂੰ ਤੇ ਆਉਂਦਿਆਂ ਦੇ ਜ਼ਾਲਮਾਂ ਦੀ ਢਾਣੀ ਨੇ ਗੁਰਬਾਣੀ ਤਾਈ ਗਾਉਂਦੇ ਗੁਰੂ ਪੰਜਵਾਂ ਤੇ ਆਉਂਦੇ ਸ਼ਹੀਦੀ ਪੋਰਵੇ ਮਨਾਉਂਦੇ ਕਾਰੀ ਤੇ ਸ਼ਹੀਦ ਨੇ ਫੌਜਾਂ ਕੈਰ ਕਰਕੇ ਸ਼ਹੀਦੀ ਪੋਰਵਾ ਮਨਾਉਂਦੇ ਪਾਤਸ਼ਾਹ ਦੇ ਧੋਰ ਸ਼ਹੀਦ ਨੇ ਪਾਤਸ਼ਾਹ ਦੇ ਦਾਰੀ ਤੇ ਕੀਤੇ ਫੌਜੀ ਵੇਖ ਕੈਰ ਸਿੰਘ ਸਗੇ ਨਾ ਬੇਠੈਰ ਸਿੰਘਾਂ ਖੋਲੇ ਅੱਗੋਂ ਫੈਰ ਫੌਜਾਂ ਦੇ ਮੁਕਾਬਲੇ ਹੱਸ ਹੱਸ ਕਰਾਂਗੇ ਰੱਖ ਤਲੀਆਂ ਤੇ ਜਾਨਾਂ ਗੁਰੂ ਧਾਮਾਂ ਵਾਸਤੇ ਅਸੀਂ ਲੜਾ ਮਰਾਂਗੇ ਸ਼ਬੇਗ ਸਿੰਘ ਜਰਨੈਲ ਕਹਿੰਦਾ ਫੌਜਾਂ ਕੀਤੀ ਪਹਿਲ ਸ਼ਬੇਗ ਸਿੰਘ ਜਰਨੈਲ ਕਹਿੰਦਾ ਫੌਜਾਂ ਕੀਤੀ ਪਹਿਲ ਮੋਰ ਪਾਉਂਦੇ ਜਿਵੇਂ ਪੈਲ ਬੱਦਲਾਂ ਨੂੰ ਵੇਖ ਕੇ ਸਿੰਘੋ ਝੜੀ ਲਾ ਦਿਓ ਚਾੜੀ ਆਏ ਫੌਜੀ ਜਿਹੜੇ ਦਰਬਾਰ ਸਾਹਿਬ 'ਚ ਮਾਰ ਕੇ ਮਕਾ ਦਿਓ ਅਮਰੀਕ ਸਿੰਘ ਲਲਕਾਰੇ ਤੇ ਸਿੰਘ ਛੱਡਦੇ ਜਕਾਰੇ ਅਮਰੀਕ ਸਿੰਘ ਲਲਕਾਰੇ ਸਿੰਘ ਛੱਡਦੇ ਜਕਾਰੇ ਫੌਜੀ ਦਲ ਪੈ ਗਏ ਪਾਰੇ ਸਿੱਖੀ ਨੂੰ ਮਟਾਉਣ ਲਈ ਜਾਨਾਵਾਰ ਮੋੜੀਏ ਹੜ ਕੱਖਾਂ ਤਾਈ ਰੋੜੇ ਸਿੰਘੋ ਜਾਨਾ ਖੀਲ ਕੇ ਆਪਾਂ ਫੌਜਾਂ ਰੋੜੀਏ ਅਜੈਬ ਘਰ ਵਾਲੀ ਪੌੜੀ ਫੌਜ ਉਤਾਰੀ ਉਹ ਪੌੜੀ ਵੱਟਾ ਪੰਨੇ ਜਿਵੇਂ ਤੌੜੀ ਸੂਰਮੇ ਜਵਾਨਾਂ ਨੇ ਪਲਾਂ 'ਚ ਨਖੇੜਤੀ ਪਹਿਲੇ ਹੱਲੇ ਵਾਲੀ ਟੋਲੀ ਧਰਮੀ ਜਵਾਨਾਂ ਨੇ ਪਲਾਂ 'ਚ ਨਖੇੜਤੀ ਫੌਜੀ ਲੋਕ ਲੋਕ ਆਉਣ ਸਿੰਘ ਸੂਰਮੇ ਤਕਾਉਣ ਜਿਹੜਾ ਚੁੱਕੇ ਉੱਚੀ ਧੌਣ ਸੀ ਨਿਸ਼ਾਨੇ ਫੁੰਡ ਦੇ ਦੁੱਲੇ ਦਸ਼ਮੇਸ਼ ਦੇ ਆਪਾਂ ਵਾਰ ਦਰਬਾਰ ਰੱਖੀਏ ਪਵਿੱਤਰ ਤਾਰਨੀ ਆਦੇਸ਼ ਦੇ ਫਿਰ ਸਾਰਾ ਦਿਨ ਜੰਗ ਹੋਇਆ ਸਾਰਾ ਦਿਨ ਜੰਗ ਹੋਇਆ ਸੀ ਹਜ਼ਾਰਾਂ ਫੌਜੀ ਮੋਇਆ ਮਾਰਾ ਮੌਤ ਦੀ ਪਰੋਇਆ ਵੈਰੀ ਗੋਰੇ ਧਾਮਾਂ ਦਾ ਸੂਰਮੇ ਜਵਾਨਾਂ ਨੇ ਸ਼ਾਨ ਕੌਮੀ ਚਮਕਾਈ ਪਾ ਕੇ ਸ਼ਹੀਦੀਆਂ ਸੱਚੇ ਨਿਸ਼ਾਨਾਂ ਨੇ ਫੌਜੀ ਕੀਤੇ ਮਜਬੂਰ ਹੋਏ ਹੌਸਲੇ ਸੀ ਚੂਰ ਜਿੱਤ ਸਿੱਖੀ ਉੱਤੇ ਦੂਰ ਪਾਉਣੀ ਸੌਖੀ ਗੱਲ ਨਹੀਂ ਸੀ ਸੁਣੇ ਕੱਲ ਦੇ ਹੋ ਗਏ ਪੱਤੜੋਂ ਨਟਾਲ ਹੱਥ ਵੇਖ ਸਿੰਘਾਂ ਦੇ ਜੋ ਮੁਖੀ ਸੀ ਅਨ ਦੇ ਸਤਿ ਸ੍ਰੀ ਅਕਾਲ। ਗੁਰੂ ਪਿਆਰੇ ਖਾਲਸਾ ਜੀ, ਇਹਨਾਂ ਨੇ ਉਧਰੋਂ ਤਾਂ ਫੌਜਾਂ ਦਾ ਗੋਲਾ ਮਾਰਿਆ ਡਰਾਉਣ ਵਾਸਤੇ, ਨਾਲ ਮਾਰਦੇ ਤੇ ਟਾਰਗੇਟ ਤੇ ਸੀ, ਪਰ ਨਾਲ ਇਹ ਵੀ ਸੀਗਾ ਵੀ ਸਿੰਘ ਇੰਨੇ ਭੈ ਭੀਤ ਹੋ ਜਾਣਗੇ, ਤੇ ਨਾਲ ਇਹਨਾਂ ਨੇ ਫੈਂਟਰੀ ਵਾਰਨੀ ਸ਼ੁਰੂ ਕਰ ਦਿੱਤੀ।
ਪਰ ਘੰਟਾ ਘਰ ਵਾਲੀ ਡਿਓੜੀ ਦੇ ਉੱਤੇ ਚੱਕ ਰਾਜੂ ਸਿੰਘ ਦਾ ਜੋ ਭਾਈ ਜੋਗਿੰਦਰ ਸਿੰਘ ਆ ਉਹਦਾ ਮੋਰਚਾ ਸੀ, ਹੋਰ ਵੀ ਸਿੰਘ ਨਾਲ ਸੀ, ਸਾਥ ਦੇ ਰਹੇ। ਕਿਉਂਕਿ ਦਾਸ ਇੱਥੇ ਬਹੁਤੇ ਨਾਵਾਂ ਦੀ ਗੱਲ ਨਹੀਂ ਕਰਦਾ, ਕਿਉਂਕਿ ਐਗਜ਼ੈਕਟਲੀ ਤੁਸੀਂ ਆਮ ਮੀਡੀਆ ਦੇ ਵਿੱਚ ਜਾਂ ਤਾਂ ਸੁਣਦੇ ਰਹਿੰਦੇ ਆ। ਮੈਂ ਅੱਗੇ ਵੀ ਬੇਨਤੀ ਕੀਤੀ ਆ ਵੀ ਬਹੁਤ ਜ਼ਿਆਦਾ ਜਿਹੜੇ ਬੁਲਾਰੇ ਅੱਜ ਕੱਲ ਬੋਲਦੇ ਆ ਨਾ, ਉਹ ਉਹਨਾਂ ਨੂੰ ਜਿੱਦਾਂ ਤੋਤੇ ਅੰਕਈਆਂ ਨੂੰ ਸਿਖਾਲਿਆ ਜਾਂਦਾ, ਉਹ ਫਿਰ ਬਣਾ ਕੇ ਗੱਲਾਂ ਖੱਬੇ ਸੱਜੇ ਉੱਥੇ ਘੁੰਮਦੇ ਰਹਿੰਦੇ। ਪਰ ਆਪਾਂ ਮੇਨ ਲੈਣਾ ਵੀ ਜਿਹੜੇ ਸਿੰਘ ਲੜ ਰਹੇ ਸੀ ਉਹਨਾਂ ਦਾ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ, ਉਹਨਾਂ ਦਾ 10 ਗ੍ਰੰਥ ਪ੍ਰਤੀ, ਉਹਨਾਂ ਦਾ ਸੂਰਜ ਪ੍ਰਕਾਸ਼ ਪ੍ਰਤੀ, ਉਹਨਾਂ ਦਾ ਹਰਮੰਦਰ ਸਾਹਿਬ ਦੇ ਨਾਲ, ਉਹਨਾਂ ਦਾ ਸਰੋਵਰ ਦੇ ਨਾਲ ਕਿੰਨਾ ਪਿਆਰ ਸੀ। ਜਿਹੜੇ ਸਰੋਵਰ 'ਚ ਬੀੜੀਆਂ ਸੁੱਟਦੇ ਸੀ ਉਹਨਾਂ ਦਾ ਕੀ ਹਾਲ ਕਰਦੇ ਸੀ। ਬਾਬਾ ਦੀਪ ਸਿੰਘ ਜਿਨ੍ਹਾਂ ਦੇ 14ਵੇਂ ਥਾਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਬੈਠੇ ਸੀ, ਉਹਨਾਂ ਨੇ ਸਰੋਵਰ ਨੂੰ ਪੂਰਨ ਵਾਲੇ ਬੰਦੇ ਨੂੰ ਦੇਸ਼ ਚੋਂ ਕੱਢਿਆ ਤੇ ਨਾਲੇ ਉੱਥੇ ਆ ਕੇ ਕੁਰਬਾਨੀ ਕੀਤੀ। ਤੇ ਜੇ ਅਸੀਂ ਗੱਲ ਭਿੰਡਰਾਂ ਵਾਲੇ ਦੀ ਵੀ ਕਰੀ ਜਾਣੀ ਆ, ਟੀ-ਸ਼ਰਟਾਂ ਵੀ ਪਾਈ ਜਾਣੀਆਂ, ਗੱਲਾਂ ਵੀ ਮਾਰੀ ਜਾਣੀਆਂ, ਅੱਜ ਦੇ ਦਿਨਾਂ ਦੇ ਵਿੱਚ ਲੱਛੇਦਾਰ ਸਪੀਚਾਂ ਵੀ ਕਰੀ ਜਾਣੀਆਂ, ਪਰ ਸਾਥ ਉਹਨਾਂ ਬੰਦਿਆਂ ਦਾ ਦੇਣਾ ਨੇ ਦਰਬਾਰ ਸਾਹਿਬ ਨੂੰ ਗਾਲਾਂ ਕੱਢਦੇ, ਹਰਮੰਦਰ ਸਾਹਿਬ ਨੂੰ ਵੇਖਣਾ ਪਸੰਦ ਨਹੀਂ ਕਰਦੇ, ਇੱਕ ਬਿਲਡਿੰਗ ਕਹਿੰਦੇ ਆ, ਦੂਜੇ ਪਾਸੇ ਆਪਣੇ ਸਰੋਵਰ ਦੇ ਕਹਿੰਦੇ ਮਹੱਤਤਾ ਕੋਈ ਨਹੀਂ ਹੁੰਦੀ, ਤੇ 10 ਪਾਤਸ਼ਾਹਾਂ ਦੀ ਬਾਣੀ ਜਿਹੜੀ ਆਹ ਬਾਣੀ ਨਹੀਂ ਵੇ ਨਿਤਨੇਮ ਜੀ 3 ਬਾਣੀਆਂ ਅੰਮ੍ਰਿਤ ਛਕਾਓ। ਜੇ ਆਪਾਂ ਇਹ ਕਰਦੇ ਸੁਣਦੇ ਆ, ਸਮਝ ਲਓ ਉਹੀ ਗੱਲ ਆ। ਮੈਂ ਇਹ ਗੱਲਾਂ ਆਪਣੇ ਕੋਲੋਂ ਨਹੀਂ ਕਹਿੰਦਾ, ਤੁਸੀਂ ਆਮ ਪਰਖੀਆਂ ਆ ਤੇ ਉਹਨਾਂ ਦੇ ਕੋਲੋਂ ਗੁਰੂ ਕੇ ਪਿਆਰੇ ਖਾਲਸਾ ਜੀ ਆਪਾਂ ਨਾਲ ਸੁਚੇਤ ਰਹਿਣਾ। ਇਹਨਾਂ ਗੱਲਾਂ ਨੂੰ ਆਪਾਂ ਦੇਖਣਾ ਵੀ ਮੋਰਚਾ ਲਾਇਆ ਕਿੰਨੇ, ਰਲੇ ਕਿੰਨੇ, ਆ ਕੇ ਦੌੜੇ ਕਿੰਨੇ, ਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਆਖਰੀ ਦਮ ਤੱਕ ਕਿੱਦਾਂ ਉੱਥੇ ਲੜਾਈ ਲੜੀ। ਇਸ ਚੀਜ਼ ਨੂੰ ਆਪਾਂ ਸਿੱਧ ਕਰਨ ਵਾਸਤੇ ਦੂਜੇ ਨੰਬਰ ਤੇ ਆਪਾਂ ਅੱਗੇ ਬੇਨਤੀ ਕੀਤੀ ਆ, ਉਹਨਾਂ ਨੇ ਚਿੱਠੀ ਪਾਈ ਤਾਂ ਲਿਖਿਆ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਾ ਤੇ ਨਾਲ ਦੇ ਕੁਝ ਸਾਥੀ। ਉਹਨਾਂ ਨੇ, ਮੈਂ ਇੱਥੇ ਹੁਣ ਕਈ ਗੱਲਾਂ ਭਾਰੀਆਂ ਮੈਂ ਨਹੀਂ ਦੱਸਣੀਆਂ ਚਾਹੁੰਦਾ ਤੁਹਾਨੂੰ, ਆਪਾਂ ਕਿਤੇ ਸਮਾਂ ਵੀ ਥੋੜਾ ਆ, ਕਿਉਂਕਿ ਜਿਹੜੇ ਗੁਰੂ ਪਿਆਰੇ ਖਾਲਸਾ ਜੀ 20 25 ਦੇ ਪੈਨਲਾਂ ਦੇ ਮੈਂਬਰ ਉੱਥੋਂ ਉਹਨਾਂ ਨੇ ਗਰੁੱਪ ਫੜ ਕੇ ਟੌੜੇ ਹੋਣਾ ਦੇ ਨਾਲ ਤੇ ਉਹਨਾਂ ਨੇ ਜਾ ਕੇ ਸੇਵ ਥਾਵਾਂ ਤੇ ਪਹੁੰਚਾਤੇ। ਇਸ ਕਰਕੇ ਜਦੋਂ ਉਹਨਾਂ ਨੇ ਚਿੱਠੀ 'ਚ ਲਿਖਿਆ ਤਾਂ ਵੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਜੀ ਕੁਝ ਸਾਥੀ ਜਿਹੜੇ ਆ ਇਹਦੇ ਨਾਲ ਆ, ਬਾਕੀ ਸਾਡੇ ਨਾਲ ਸਹਿਮਤ ਆ। ਉਹ ਸਹਿਮਤ ਸੀ, ਸਹਿਮਤ ਹੋਏ, 30 ਸਾਲ ਉਹਨਾਂ ਨਾਲ ਸਹਿਮਤ ਰਹੇ। ਹੁਣ ਮਾੜਾ ਥੋੜਾ ਜਿਹਾ ਨਾ ਖੁੰਬ ਜੀ ਬਣ ਕੇ ਤੇ ਉੱਠਦੇ ਆ, ਪਰ ਆਪਾਂ ਉਹਨਾਂ ਤੋਂ ਵੀ ਨਾਲ ਕੇਅਰਫੁਲ ਰਹਿਣਾ। ਉਹਦੀਆਂ ਲੱਛੇਦਾਰ ਸਪੀਚਾਂ ਦੇ ਕਦੀ ਇੱਕ ਅੱਧੀ ਕੁਰਬਾਨੀ ਦੇ ਮਗਰ ਉਹਨਾਂ ਦੇ ਲੱਗਣਾ ਨਹੀਂ। ਇਹ ਆਪਣਾ 6 ਜੂਨ ਦਾ 84 ਦਾ ਘੱਲੂ ਘਾਰਾ ਮਨਾਉਣ ਦਾ, ਕਿਉਂਕਿ ਆਪਣੇ ਵਿੱਚ ਜਦੋਂ ਰਲ ਜਾਂਦੇ ਆ ਕਿ ਲੱਛੇਦਾਰ ਸਪੀਚਾਂ ਕਰਕੇ ਆਪਾਂ ਉਹਨਾਂ ਤੇ ਇਤਬਾਰ ਕਰਨ ਲੱਗ ਪਏ ਨੇ। ਇਹ ਗੱਲ ਤੋਂ ਆਪਾਂ ਸੁਚੇਤ ਰਹਿਣਾ। ਫੇਰ ਆਪਾਂ ਨੂੰ ਪਤਾ ਵੀ ਜੇ ਉਹਨਾਂ ਨੇ ਚਿੱਠੀ ਲਿਖੀ ਤਾਂ ਵੀ ਮਤਲਬ ਭਿੰਡਰਾਂ ਵਾਲਿਆਂ ਦਾ ਨਾਮ, ਜੇ ਉਹਨਾਂ ਨੇ ਘੇਰਾ ਪਾਇਆ ਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਅਕਾਲ ਤਖ਼ਤ ਸਾਹਿਬ ਤੇ ਹਰਮੰਦਰ ਸਾਹਿਬ ਨੂੰ ਆ ਕੇ ਘੇਰ ਲਿਆ ਤੇ ਕਹਿੰਦੇ ਸਾਨੂੰ ਇਹ ਚਾਹੀਦਾ ਭਿੰਡਰਾਂ ਵਾਲਾ, ਤੇ ਦੂਜੇ ਗੁਰਦੁਆਰਿਆਂ ਨੂੰ ਵੀ ਉਹਨਾਂ ਨੇ ਪਾਇਆ। ਉਹਨਾਂ ਨੇ ਕਿਤੇ ਕੋਈ ਪ੍ਰੈਸ ਮੀਡੀਆ ਨਹੀਂ ਜਾ ਕੇ ਘੇਰਿਆ, ਕੋਈ ਉਹਨਾਂ ਨੇ ਪ੍ਰੋਫੈਸਰ ਡਾਕਟਰ ਪ੍ਰਿੰਸੀਪਲ ਨਹੀਂ ਜਾ ਕੇ ਫੜਿਆ ਵੀ ਇਹ ਲੀਫਲੈਟ ਬੜੇ ਵੰਡਦਾ, ਇਹ ਬੜੀਆਂ ਗੱਲਾਂ ਇਦਾਂ ਦੀਆਂ ਕਰਦਾ, ਸੈਮੀਨਾਰ ਬੜੇ ਕਰੀ ਜਾਂਦਾ ਪਿੰਡਾਂ ਵਿੱਚ ਵੀ 3 ਬਾਣੀਆਂ ਪੜੋ 2 ਨਹੀਂ ਪੜਨੀਆਂ। ਇਸ ਕਰਕੇ ਜੋ ਹੁਣ ਇਹਨਾਂ ਦਿਨਾਂ ਤੋਂ ਬਾਅਦ ਸ਼ਹੀਦਾਂ ਦੇ ਜਿਹੜੇ ਪਰਿਵਾਰਾਂ ਨਾਲ ਮੁਲਾਕਾਤਾਂ ਤੁਸੀਂ ਟੈਲੀਵਿਜ਼ਨਾਂ ਤੇ ਦੇਖਣੀਆਂ, ਮੈਂ ਤੁਹਾਨੂੰ ਬੇਨਤੀ ਕਰਦਾ ਦੇਖਿਓ। ਉਹਨਾਂ ਸ਼ਹੀਦਾਂ ਨੇ ਸ਼ਹੀਦੀਆਂ ਦਿੱਤੀਆਂ। ਉਹ ਕੋਈ ਕਹਿਣਗੇ ਵੀ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਸਾਡੇ ਪਿੰਡ ਇੱਕ ਵਾਰੀ ਵਿਰਾਸਤ ਦੇ ਤੌਰ ਤੇ ਆਏ ਸੀ, ਉਦੋਂ ਦਾ ਸਾਡੇ ਨਾਲ ਉਹਨਾਂ ਦਾ ਵਾਕ ਵੀ ਆ, ਪ੍ਰੇਮ ਆ। ਉਹਨਾਂ ਨੇ ਆ ਕੇ ਪ੍ਰਸ਼ਾਦੇ ਵੀ ਇੱਥੇ ਪਕਵਾਏ ਜਥੇ ਨੂੰ ਨਾਲ ਲੈ ਕੇ। ਕੋਈ ਕਹੂਗਾ ਸਾਡਾ ਮਹਾਂਪੁਰਖਾਂ ਕੋਲ ਦੁੱਧ ਲੈ ਕੇ ਜਾਂਦਾ ਸੀ, ਕੋਈ ਕਿਸੇ ਤਰ੍ਹਾਂ ਕਹਿੰਦਾ ਸੀ। ਕੋਈ ਤੁਹਾਨੂੰ ਇਦਾਂ ਦਾ ਨਹੀਂ ਆਉਣਾ ਵੀ ਮੇਰੇ ਬਾਪੂ ਨੇ ਲੀਫਲੈਟ ਬੜੇ ਵੰਡੇ ਸੀਗੇ ਪਿੰਡਾਂ ਦੇ ਵਿੱਚ 3 ਬਾਣੀਆਂ ਦੇ, ਤੇ ਇਸ ਕਰਕੇ ਖਰੜੇ ਦੇ ਬੜੇ ਵੰਡੇ ਸੀ, ਇਸ ਕਰਕੇ ਮੇਰੇ ਮਤਲਬ ਬਾਪੂ ਨੂੰ ਸ਼ਹੀਦ ਕਰਤਾ। ਤੁਹਾਨੂੰ ਗੁਰੂ ਪਿਆਰਿਓ ਐਡੀ ਛੇਤੀ ਨਹੀਂ ਕੋਈ ਲੱਭੂ। ਕੁਰਬਾਨੀ ਕਰਾਉਣੀ ਹੈ ਮਹਾਰਾਜ ਨੇ ਕਿਰਪਾ ਦੇ ਨਾਲ ਕਰਾਉਣੀ ਆ। ਉੱਥੇ ਮਰ ਕੋਈ ਵੀ ਸਕਦਾ, ਪਰ ਮਹਾਰਾਜ ਕਹਿੰਦੇ ਭਾਰਤ ਅਰੇ ਲੋਹੇ ਬੋਏ ਥਾ ਲੋਹਾ ਸੋਇਨਾ ਨਾ ਇੱਕ ਰੰਗਾ। ਭਾਈ ਗੁਰਦਾਸ ਦੀਆਂ ਵਾਰਾਂ। ਦਰਬਾਰ ਸਾਹਿਬ ਦੇ ਵਿੱਚ ਦੁਸ਼ਮਣ ਵੀ ਮਰ ਰਹੇ ਆ ਤੇ ਆਪਣੇ ਸਿੰਘ ਵੀ ਮਰ ਰਹੇ ਆ। ਮੱਸਾ ਰੰਗੜ ਵੀ ਉੱਥੇ ਮਰਿਆ, ਹੋਰ ਵੀ ਕਈ ਗਟਰਾਂ ਦੇ ਵਿੱਚ ਸਿੱਟੇ ਗਏ। ਪਰ ਗੁਰੂ ਪਿਆਰੇ ਖਾਲਸਾ ਜੀ ਇਹ ਨਾ ਕੋਈ ਕਵੇ ਗੁਰਦੁਆਰੇ ਜਾ ਕੇ ਗਲਤ ਨੀਤੀ ਦੇ ਨਾਲ ਜਾਂ ਆਪਣੇ ਬੋਹੇ ਥਾ ਜਹਾਜ਼ ਦੇ ਉੱਤੇ ਤੁਸੀਂ ਲੈ ਜਾਓ ਲੱਕੜ ਲੱਦ ਕੇ ਤੇ ਨਾਲ ਦੂਜਾ ਬੰਦਾ ਸੋਨਾ ਲੱਦ ਕੇ ਜਾਵੇ। ਸੋਨੇ ਦਾ ਮੁੱਲ ਸੋਨੇ 'ਚ, ਲੱਕੜ ਦਾ ਮੁੱਲ ਲੱਕੜ ਵਿੱਚ ਪਊਗਾ। ਇਸ ਕਰਕੇ 4 ਜੂਨ ਨੂੰ ਜਦੋਂ ਇਹਨਾਂ ਨੇ ਫੌਜਾਂ ਦਾ ਹਮਲਾ ਕੀਤਾ, ਗੁਰੂ ਪਿਆਰੇ ਤੋਪਾਂ ਦੇ ਗੋਲੇ ਮਾਰਨੇ ਸ਼ੁਰੂ ਕੀਤੇ ਤੇ ਭਾਈ ਅਮਰੀਕ ਸਿੰਘ ਜੀ ਨੇ ਉਸਲੇ ਕਿਹਾ ਜਿਸ ਹਰਮੰਦਰ ਸਾਹਿਬ ਦੀ ਇਮਾਰਤ ਦੀ ਕਹਿ ਲੋ, ਹਰਮੰਦਰ ਸਾਹਿਬ ਦੀ ਪਵਿੱਤਰਤਾ ਵਾਸਤੇ ਲੱਗੀਆਂ ਹੋਈਆਂ ਸਿਰਾਂ ਦੇ ਵਿੱਚ 100 ਤੇ 1000 ਬੰਦੇ ਦਾ ਵੀ ਸਿਰ ਲੱਗਾ ਆ। ਉਸ ਹਰਮੰਦਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਫੌਜੀ ਗੁਰੂ ਪਿਆਰੇ ਖਾਲਸਾ ਜੀ ਆ ਗਏ ਆ। ਇਹ ਆਪਣੇ ਬੂਟਾਂ ਸਮੇਤ ਆ ਰਹੇ ਆ ਤੇ ਆਪਾਂ ਹੁਣ ਇਹਨਾਂ ਨਾਲ ਜੂਝ ਮਰਨਾ। ਭਾਈ ਅਮਰੀਕ ਸਿੰਘ ਜੀ ਨੇ ਆਪਦੇ ਨਾਲ ਦੇ ਜਵਾਨਾਂ ਨੂੰ ਲਲਕਾਰਿਆ ਤੇ ਲਲਕਾਰ ਕੇ
ਉਸ ਵੇਲੇ ਦੀਆਂ ਜੋ ਗੱਲਾਂ ਉਹਨਾਂ ਨੇ ਕਹੀਆਂ, ਜੋ ਉਹਨਾਂ ਨੇ ਕਾਰਵਾਈ ਕੀਤੀ, ਉਸ ਨੂੰ ਕਵੀ ਦੀ ਕਲਮ ਨੇ ਇਸ ਤਰ੍ਹਾਂ ਬੰਦ ਕੀਤਾ ਜੀ। ਗगन ਦਮਾਮਾ ਬਾਜਿਓ ਭਰਿਓ ਨਿਸ਼ਾਨੇ ਕਾ, खेत जो मांडियो सूरमा अब जूजन को दाओ। ਇਹ ਜੀ ਦੁਸ਼ਮਣ ਵਾਦੇ ਵੇਖ ਸੂਰਮਾ, ਜੋਸ਼ ਚ ਆ ਕੇ ਕਹਿਣ ਲੱਗਾ, ਸਿੰਘੋ ਜਾਨਾ ਵਾਰ ਬਚਾ ਲੋ, ਕੌਮੀ ਮੰਦਰ ਢਹਿਣ ਲੱਗਾ। एक तो दूजा मूरे खोजो अनख जवाती लाती है, वाह भाई अमरीक सिंगा तू करके हद विखाती है। ਦੁਸ਼ਮਣ ਵਾਦੇ ਵੇਖ ਸੂਰਮਾ, ਜੋਸ਼ ਚ ਆ ਕੇ ਕਹਿਣ ਲੱਗਾ, ਮਰਦੋ ਜਾਨਾ ਵਾਰ ਬਚਾ ਲੋ, ਕੌਮੀ ਮੰਦਰ ਢਹਿਣ ਲੱਗਾ। एक तो दूजा मूरे खोजो अनख जवाती लाती है, वाह भाई अमरीक सिंगा तू करके हद विखाती है। ਟੈਂਕਾਂ ਤੋਪਾਂ ਦੀ ਪਰਵਾਹ ਨਹੀਂ, ਧਰਮ ਹੇਤ ਜਦ ਮਰਨਾ ਹੈ, ਮਿਸ਼ਨ ਕੀਮਤੀ ਕਲਗੀਧਰ ਦਾ ਸੱਚ ਨੇ ਜਿੱਤਿਆ ਕਰਨਾ ਹੈ। बल सप करुंडिए किले ऐसी बीन मजाती है, वाह भाई अमरीक सिंगा तू करके हद विखाती है। ਹਰ ਬੰਦੇ ਨੂੰ ਟੈਨ ਨਹੀਂ ਦੇਣਾ ਤੇ ਜਾਨਵਰ ਬਚਾਉਣਾ ਹੈ, ਹਰ ਬੰਦੇ ਨੂੰ ਟੈਨ ਨਹੀਂ ਦੇਣਾ, ਜਾਨਵਰ ਬਚਾਉਣਾ ਹੈ। ਮੱਚਦਾ ਹੈ ਜੋ ਜ਼ੁਲਮੀ ਭਾਂਬੜ, ਪਾ ਕੇ ਖੂਨ ਬੁਝਾਉਣਾ ਹੈ। दुनिया की करे याद करनगे ते ऐसी जंग मचाती है, दुनिया की कर याद करनगे ऐसी जंग मचाती है, वाह भाई अमरीक सिंगा तू करके हद विखाती है। ਸੰਤ ਨਾ ਕਿਤੇ ਸ਼ਹੀਦੀ ਪਾ ਜਾਣ, ਪਹਿਲਾਂ ਵਾਰੀ ਇਹ ਜਾਨਾਂ ਨੂੰ, ਭੱਜਣਾ ਛੱਡ ਮਦਾਨੋ ਮੇਣਾ, ਹੁੰਦਾ ਮਰਦ ਜਵਾਨਾਂ ਨੂੰ। फौज मरी फौज बड़ी परिक्रमा अंदर गोलियां मारी उड़ाती है, वाह भाई अमरीक सिंगा तू करके हद विखाती है। ਤੋਪ ਦੇ ਗੋਲੇ ਜਨ ਵੀ ਆ ਕੇ ਮੋਰਚਿਆਂ ਤੇ ਪੈਂਦੇ ਸੀ, ਮਿੱਤਰੋ ਕਰ ਲੋ ਜਨਮ ਸਹੇਲਾ, ਭਾਈ ਸਾਹਿਬ ਜੀ ਕਹਿੰਦੇ ਸੀ। ओ जगदी रानी जोत हमेशा से पाके खून जगाती है, जगदी रानी जोत हमेशा पाके खून जगाती है, वाह भाई अमरीक सिंगा तू करके हद विखाती है। ਗੋਲੀਆਂ ਤੜ ਤੜ ਚੱਲ ਰਹੀਆਂ ਸੀ, ਤੋਪ ਦੇ ਗੋਲੇ ਪੈਂਦੇ ਸੀ, ਮਿੱਤਰੋ ਕਰ ਲੋ ਜਨਮ ਸਹੇਲਾ, ਸਾਰੇ ਹੀ ਸਿੰਘ ਕਹਿੰਦੇ ਸੀ। रस पींदे मौत प्याले जीवन दी होश बुलाती है, वाह भाई अमरीक सिंगा तू करके हद विखाती है। ਕਿਤੇ ਉਹ ਮਦਰਾਸੀ ਪਿਆ ਤੜਫਦਾ ਤੇ ਉਹ ਬਿਹਾਰੀ ਰੋਂਦਾ ਹੈ, ਕਿਤੇ ਉਹ ਮਦਰਾਸੀ ਪਿਆ ਤੜਫਦਾ, ਉਹ ਬਿਹਾਰੀ ਰੋਂਦਾ ਹੈ। ਗਾਰਵਾੜ ਦਾ ਕੋਈ ਪਹਾੜੀ ਮੌਤ ਵੱਲੋਂ ਹੱਥ ਧੋਂਦਾ ਹੈ। यार मंगाड़ भी लम्बिया पै गया ऐसी जंग मचाती है, वाह भाई अमरीक सिंगा तू करके हद विखाती है। ਨਿਰਮਲ ਮੰਦੇ ਮਰਦ ਸਾਖਣੇ, ਸਿੰਘ ਸੂਰੇ ਜਰ ਨਹੀਂ ਲਾਣੇ, ਮਸਤਾ ਬਣ ਕੇ ਮੋਰ ਮਦਾਨੇ, ਸਿੰਘਾਂ ਪਾਈਆਂ ਪਹਿਲਾਂ ਨੇ। पतलो अग गैर दी बलदी ते पाके खून बुझाती है, पतलो अग गैर दी बलदी पाके खून बुझाती है, वाह भाई अमरीक सिंगा तू करके हद विखाती है। ਸਤਿ ਸ੍ਰੀ ਅਕਾਲ।
ਗੁਰੂ ਪਿਆਰੇ ਖਾਲਸਾ ਜੀ, ਭਾਈ ਅਮਰੀਕ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਦਮਦੀ ਟਕਸਾਲ ਦੇ 13ਵੇਂ ਮੁਖੀ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਸੁਪੁੱਤਰ, ਵੱਡੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਵੀ ਉਹ ਕਹਿ ਲੋ ਪ੍ਰਧਾਨ ਸਨ। ਉਹਨਾਂ ਨੇ ਗੁਰੂ ਪਿਆਰੇ ਖਾਲਸਾ ਜੀ ਸਿੱਖਾਂ ਨੂੰ ਵੰਗਾਰਿਆ ਤੇ ਦਮਦੀ ਟਕਸਾਲ ਦੇ ਯੋਧਿਆਂ ਨੇ ਗੁਰੂ ਪਿਆਰਿਓ ਐਸੀ ਮਾਰ ਮਾਰੀ ਗੋਲੀਆਂ ਦੀ ਕਿ ਕਰੋਲਿੰਗ ਕਰਦੇ ਵੀ ਉੱਥੇ ਆ ਨਹੀਂ ਸਕਦੇ ਸੀ। ਸਮਾਂ ਸੀਮਿਤ ਹੋਣ ਕਰਕੇ ਅਸੀਂ ਕੋਸ਼ਿਸ਼ ਕਰਨੀ ਆ ਵੀ ਤੁਹਾਨੂੰ ਸ਼ਾਂਤੀ ਜਿਆਦਾ ਸੁਣਾ ਕੇ ਆਪਣਾ ਸਮਾਂ ਪਾਸ ਕਰ ਦਈਏ, ਕਿਉਂਕਿ ਲੈਕਚਰ ਤੁਹਾਨੂੰ ਦੱਸਿਆ ਵੀ ਮੈਨੂੰ ਲੈਕਚਰ ਇਦਾਂ ਦਾ ਹੀ ਆਉਂਦਾ। ਤੇ ਨਾਲ ਸਿੰਘਾਂ ਦਾ ਧੰਨਵਾਦ ਆ ਜਿਹੜੇ ਕਦੀ ਜਿਹੜੀ ਜਕਾਰਾ ਲਾ ਕੇ ਮੈਨੂੰ ਮੌਕਾ ਵੀ ਦੇਣ ਦੇ ਥੋੜਾ ਸਾਹ ਵੀ ਆ ਜਾਂਦਾ, ਕਿਉਂਕਿ ਮੈਂ ਕਦੀ ਲੈਕਚਰ ਬਹੁਤਾ ਕੀਤਾ ਨਹੀਂਗਾ। ਤੇ ਜਿਹੜੇ ਗੁਰੂ ਪਿਆਰੇ ਖਾਲਸਾ ਜੀ ਇਹਨਾਂ ਦੀ ਕਾਮਯਾਬੀ ਨਾ ਹੁੰਦੀ ਵੇਖੀ, ਫਿਰ ਇਹਨਾਂ ਨੇ ਟੈਂਕ ਵਾੜਨੇ ਸ਼ੁਰੂ ਕੀਤੇ ਅੰਦਰ। ਜਦੋਂ ਟੈਂਕ ਹਰਮੰਦਰ ਸਾਹਿਬ ਦੇ ਵਿੱਚ ਵੜਿਆ, ਉਸ ਵੇਲੇ ਬਾਬਾ ਦੀਪ ਸਿੰਘ ਜੀ ਦੀ ਯਾਦ ਵਿੱਚ ਇੱਕ ਮੰਜੀ ਸਾਹਿਬ ਬਣਿਆ, ਉਹਦੇ ਲਾਗੇ ਜਾਂਦਾ ਤੇ ਉੱਥੇ ਭਾਈ ਮੋਹਰ ਸਿੰਘ ਜੀ ਪੰਡਤਾਂ ਦਾ ਮੁੰਡਾ ਸੀ। ਇਹੋ ਛੋਟਾ ਹੁੰਦਾ ਜਥੇ ਵਿੱਚ ਭਰਤੀ ਹੋਇਆ, ਖਜਾਲੇ ਰਹਿੰਦਾ ਸੀ, ਤਬਲੇ ਦੀ ਸੇਵਾ ਕਰਦਾ ਸੀ। ਉਹਨੂੰ ਜਦੋਂ ਇਹਨਾਂ ਨੇ ਦੁਖੀ ਕੀਤਾ ਪੁਲਿਸ ਵਾਲਿਆਂ ਨੇ, ਤੇ ਇਹ ਦਰਬਾਰ ਸਾਹਿਬ ਆ ਗਿਆ ਪਰਿਵਾਰ ਸਮੇਤ। 3 ਬੱਚੀਆਂ ਸੀ ਇਹਦੀਆਂ, ਇੱਕ ਬੱਚੀ ਠੀਕ ਨਹੀਂ ਸੀ, ਉਹਨੂੰ ਬਾਹਰ ਲੈ ਗਏ ਸੀ। 2 ਬੱਚੀਆਂ ਉਹਦੀਆਂ ਦਰਬਾਰ ਸਾਹਿਬ ਵਿੱਚ ਬੈਠੀਆਂ ਸਨ। ਇਹ ਆਪਣੇ ਹਥਿਆਰ ਦੇ ਨਾਲ, ਤੇ ਭਾਈ ਮਹਿੰਦਰ ਸਿੰਘ ਜੀ ਬੋਲਾ ਜਿਹੜਾ ਦਮਦੀ ਟਕਸਾਲ ਦੇ ਵਿੱਚ ਵਿਦਿਆਰਥੀ ਸੀਗਾ, ਤੇ ਇੱਕ ਨਾਲ ਉਹਦੇ ਭਚੰਗੀ, ਉਹਨਾਂ ਨੇ ਟੈਂਕ ਨੂੰ ਬੰਬਾਂ ਦੇ ਨਾਲ ਨਕਾਰਾ ਕਰ ਦਿੱਤਾ। ਤੇ ਉਹ ਟੈਂਕ ਨੂੰ ਠੀਕ ਕਰਨ ਵਾਸਤੇ ਜਦੋਂ ਮਿਲਟਰੀ ਵਾਲੇ ਆਉਂਦੇ ਆ ਪ੍ਰਕਰਮਾਂ ਦੇ ਵਿੱਚ, ਕਿਉਂਕਿ ਪਿੱਛੇ ਹੋਰ ਟੈਂਕ ਨਹੀਂ ਆ ਸਕਦਾ, ਉੱਥੇ ਭਾਈ ਮੋਹਰ ਸਿੰਘ ਜੀ ਨੇ ਤੇ ਉਹਦੀਆਂ ਬੱਚੀਆਂ ਨੇ ਜੋ ਕੁਰਬਾਨੀ ਕੀਤੀ ਪਰਿਵਾਰ ਸਮੇਤ, ਕਿ ਉਹਨਾਂ ਨੇ ਉਸ ਟੈਂਕ ਨੂੰ ਠੀਕ ਕਰਨ ਵਾਲਿਆਂ ਦੇ ਉੱਤੇ ਗੋਲੀਆਂ ਚਲਾਉਂਦੇ, ਉਹਨਾਂ ਕਿਸੇ ਨੂੰ ਲਾਗੇ ਨਹੀਂ ਆਉਣ ਦਿੱਤੇ। ਪਰਿਵਾਰ ਨੇ ਕਿਸ ਤਰ੍ਹਾਂ ਕੁਰਬਾਨੀ ਕੀਤੀ ਆ, ਕਵੀ ਨੇ ਉਸ ਨੂੰ ਇਸ ਤਰ੍ਹਾਂ ਕਲਮਬੰਦ ਕੀਤਾ ਜੀ। ਸੂਰਾ ਸੋ ਪਹਿਚਾਨਿਆ ਜੋ ਲਰੇ ਦੀਨ ਕਹਿ ਗਏ, ਪੁਰਜਾ ਪੁਰਜਾ ਘਟ ਮਰੇ, ਕਬ ਖੂਨਾ ਛੱਡ ਖੇਤ। ਇਹ ਜਾ ਪਰਕਰਮਾਂ ਵਿੱਚ ਫੌਜ ਨੇ ਪੈਰ ਟਕਾਇਆ ਜਾ, ਖੂਨ ਅੱਖਾਂ ਵਿੱਚ ਆ ਗਿਆ ਜੋਦਾ ਰੋ ਵਿੱਚ ਆਇਆ ਜਾ, ਖੂਨ ਅੱਖਾਂ ਵਿੱਚ ਆ ਗਿਆ ਜੋਦਾ ਰੋ ਵਿੱਚ ਆਇਆ ਜਾ। ਉਹ ਕਹਿੰਦਾ ਬਦਲਾ ਲੈਣਾ ਗਾ ਦਲਵਲ ਦੇ ਯਾਰੇ ਤੋਂ, ਮੋਹਰ ਸਿੰਘ ਮਨ ਮੋਹ ਲਿਆ ਗਾ ਜਿੰਦਵਾਰ ਪਿਆਰੇ ਤੋਂ, ਮੋਹਰ ਸਿੰਘ ਮਨ ਮੋਹ ਲਿਆ ਗਾ ਜਿੰਦਵਾਰ ਪਿਆਰੇ ਤੋਂ। ਤਿੰਨ ਬੱਤੀਆਂ ਕਰਵਾਲੀ ਜਿਸ ਕਮਰੇ ਵਿੱਚ ਰਹਿੰਦੇ ਸੀ, ਤਿੰਨ ਬੱਤੀਆਂ ਕਰਵਾਲੀ ਜਿਸ ਕਮਰੇ ਵਿੱਚ ਰਹਿੰਦੇ ਸੀ, ਫੌਜੀ ਧਾਵੇ ਕਰ ਕਰਕੇ ਉਸ ਪਾਸੇ ਪੈਂਦੇ ਸੀ, ਦੁਸ਼ਮਣ ਹੱਲੇ ਕਰ ਕਰਕੇ ਉਸ ਪਾਸੇ ਪੈਂਦੇ ਸੀ। ਉਹ ਗੋਲੀਆਂ ਅੱਗ ਗਲਕਸੀ ਸੀ ਵਧ ਕੇ ਅੰਗਿਆਰਿਆਂ ਤੋਂ, ਮੋਹਰ ਸਿੰਘ ਮਨ ਮੋਹ ਲਿਆ ਗਾ ਜਿੰਦਵਾਰ ਪਿਆਰੇ ਤੋਂ, ਮੋਹਰ ਸਿੰਘ ਮਨ ਮੋਹ ਲਿਆ ਗਾ ਜਿੰਦਵਾਰ ਪਿਆਰੇ ਤੋਂ। ਉਹ ਵਿੱਚ ਪਰਕਰਮਾਂ ਚਾਰਜ ਫੇਰਿਓ ਗੋਲੀ ਚੱਲ ਰਹੀ, ਮੌਤ ਪਰੌਣੀ ਬਣ ਮਰਦਾਂ ਦੇ ਰਸਤੇ ਮੱਲ ਰਹੀ, ਮੌਤ ਪਰੌਣੀ ਬਣ ਮਰਦਾਂ ਦੇ ਰਸਤੇ ਮੱਲ ਰਹੀ। ਉਹ ਗਿਣਤੀ ਕੀਤੀ ਜਾਂਦੀ ਨਹੀਂ ਸੀ ਕਾਲ ਵਿਚਾਰੇ ਤੋਂ, ਮੋਹਰ ਸਿੰਘ ਮਨ ਮੋਹ ਲਿਆ ਗਾ ਜਿੰਦਵਾਰ ਪਿਆਰੇ ਤੋਂ, ਮੋਹਰ ਸਿੰਘ ਮਨ ਮੋਹ ਲਿਆ ਗਾ ਜਿੰਦਵਾਰ ਪਿਆਰੇ ਤੋਂ। ਓਟ ਗੁਰਾਂ ਦੀ ਲੈ ਕੇ ਆਉਂਦੇ ਬਾਰ ਬਚਾਉਂਦਾ ਸੀ, ਮੂਧੇ ਮੂੰਹੋਂ ਉਹ ਮੂਧੇ ਮੂੰਹੋਂ ਡਿੱਗਦਾ ਜਿਸ ਤੇ ਵਾਰ ਚਲਾਉਂਦਾ ਸੀ, ਮੂਧੇ ਮੂੰਹੋਂ ਡਿੱਗਦਾ ਜਿਸ ਤੇ ਵਾਰ ਚਲਾਉਂਦਾ ਸੀ। ਉਹ ਮੁਖ ਉਜਲਾ ਲੈ ਜਾਵਾਂ ਮੈਂ ਸੱਚੇ ਦਰਬਾਰੇ ਤੋਂ, ਮੁਖ ਉਜਲਾ ਲੈ ਜਾਵਾਂ ਮੈਂ ਸੱਚੇ ਦਰਬਾਰੇ ਤੋਂ, ਮੋਹਰ ਸਿੰਘ ਮਨ ਮੋਹ ਲਿਆ ਗਾ ਜਿੰਦਵਾਰ ਪਿਆਰੇ ਤੋਂ, ਮੋਹਰ ਸਿੰਘ ਮਨ ਮੋਹ ਲਿਆ ਗਾ ਜਿੰਦਵਾਰ ਪਿਆਰੇ ਤੋਂ। ਮੁਖੋਂ ਕਹਿੰਦਾ ਰਾਮਦਾਸ ਤੇਰੀ ਸਰਨਾਈ ਇਹ ਮੁਖੋਂ ਕਹਿੰਦਾ ਰਾਮਦਾਸ ਤੇਰੀ ਸਰਨਾਈ ਹੈ, ਧਰਮ ਹੇਤ ਜਿੰਦਵਾਰਾ ਸੱਚੀ ਓਟ ਤਕਾਈ ਹੈ, ਧਰਮ ਹੇਤ ਜਿੰਦਵਾਰਾ ਸੱਚੀ ਓਟ ਤਕਾਈ ਹੈ। ਪਿਤਾ ਜੀ ਲੈਣ
ਮਜੀਨਾ ਵਿੱਚ ਭਰ ਕੇ ਗੋਲੀਆਂ ਤੁਰਤ ਫੁੜਾ ਰਹੀਆਂ ਸੀ ਉਹ ਗਿਣਤੀ ਕੀਤੀ ਜਾਂਦੀ ਨਹੀਂ ਸੀ ਕਾਲ ਵਿਚਾਰੇ ਤੋਂ ਮੋਰ ਸਿੰਘ ਮਨ ਮੋਲਿਆ ਹੈ ਜਿੰਦਵਾਰ ਪਿਆਰੇ ਤੋਂ ਮੋਰ ਸਿੰਘ ਮਨ ਮੋਲਿਆ ਹੈ ਜਿੰਦਵਾਰ ਪਿਆਰੇ ਤੋਂ ਉਹ ਤੋਪ ਦਾ ਗੋਲਾ ਆ ਕੇ ਜਾਂ ਕਮਰੇ ਤੇ ਲੱਗਾ ਸੀ ਐਟ ਐਟ ਹੋਏ ਉੜਿਆ ਕਮਰਾ ਸੱਜਾ ਖੱਬਾ ਸੀ ਐਟ ਐਟ ਹੋਏ ਉੜਿਆ ਕਮਰਾ ਸੱਜਾ ਖੱਬਾ ਸੀ ਓ ਮਾਵਾ ਧੀਆਂ ਜਾਨ ਵਾਰਤੀ ਉੱਥੇ ਗੁਰੂ ਦੁਆਰੇ ਤੋਂ ਮਾਵਾ ਧੀਆਂ ਜਾਨ ਵਾਰਤੀ ਗੁਰੂ ਦੁਆਰੇ ਤੋਂ ਮੋਰ ਸਿੰਘ ਮਨ ਮੋਲਿਆ ਹੈ ਜਿੰਦਵਾਰ ਪਿਆਰੇ ਤੋਂ ਮੋਰ ਸਿੰਘ ਮਨ ਮੋਲਿਆ ਹੈ ਜਿੰਦਵਾਰ ਪਿਆਰੇ ਤੋਂ ਉਹ ਕਹਿਰ ਵਰਤੀ ਆ ਵੇਖ ਮਰਦ ਨੇ ਅਕਬਰ ਸਾਹ ਦਿੱਤੀ ਮਰਦਾਂ ਸਾਹਮਣੇ ਨੱਚਦੀ ਉੱਥੇ ਮੌਤ ਵਿਖਾ ਦਿੱਤੀ ਮਰਦਾਂ ਸਾਹਮਣੇ ਨੱਚਦੀ ਉਹਨੇ ਮੌਤ ਵਿਖਾ ਦਿੱਤੀ ਉਹ ਗੱਲਾ ਗੱਲਾ ਪਾਰੂ ਹੋ ਗਿਆ ਸੀ ਦਲ ਬਾਰੇ ਤੋਂ ਮੋਰ ਸਿੰਘ ਮਨ ਮੋਲਿਆ ਹੈ ਜਿੰਦਵਾਰ ਪਿਆਰੇ ਤੋਂ ਮੋਰ ਸਿੰਘ ਮਨ ਮੋਲਿਆ ਹੈ ਜਿੰਦਵਾਰ ਪਿਆਰੇ ਤੋਂ ਫੇਰ ਮਸਤਾਂ ਲੱਗਿਆ ਫੇਰ ਤੋਪ ਦਾ ਯਾਨ ਟਿਕਾਣੇ ਤੇ ਉਹ ਮਸਤਾਂ ਲੱਗਿਆ ਫੇਰ ਤੋਪ ਦਾ ਯਾਨ ਟਿਕਾਣੇ ਤੇ ਤੂੰ ਬਿਆਵਾਂਗੇ ਉਡਾਤਾ ਸੀ ਤਨ ਗੁਰ ਕੇ ਬਾਣੇ 'ਚ ਤੂੰ ਬਿਆਵਾਂਗੇ ਉਡਾਤਾ ਸੀ ਤਨ ਗੁਰ ਕੇ ਬਾਣੇ 'ਚ ਓ ਸਿੱਖੀ ਬਦਲੇ ਜਾਨ ਵਾਰ ਗਏ ਗੁਰੂ ਦੁਆਰੇ ਤੋਂ ਉੱਥੇ ਸਿੱਖੀ ਬਦਲੇ ਜਾਨ ਵਾਰ ਗਏ ਗੁਰੂ ਦੁਆਰੇ ਤੋਂ ਮੋਰ ਸਿੰਘ ਮਨ ਮੋਲਿਆ ਗਾ ਜਿੰਦਵਾਰ ਪਿਆਰੇ ਤੋਂ ਮੋਰ ਸਿੰਘ ਮਨ ਮੋਲਿਆ ਹੈ ਜਿੰਦਵਾਰ ਪਿਆਰੇ ਤੋਂ ਮੋਰ ਸਿੰਘ ਮਨ ਮੋਲਿਆ ਹੈ ਜਿੰਦਵਾਰ ਪਿਆਰੇ ਤੋਂ ਫੇਰ ਪਹਿਲਾਂ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਸੀ ਉਹਨਾਂ ਕਿਹਾ ਇੱਥੇ ਸ਼ਾਇਦ ਮੋਰਚਾ ਨਾ ਹੋਊਗਾ ਪਰ ਫੌਜੀ ਜਦੋਂ ਦੇਖਿਆ ਵੀ ਇੱਥੋਂ ਜਿਹੜੇ ਜਾਂਦੇ ਆ ਵਾਪਸ ਨਹੀਂ ਆਉਂਦੇ ਫਿਰ ਇਹਨਾਂ ਨੇ ਤੋਪ ਦਾ ਗੋਲਾ ਮਾਰ ਕੇ ਪਹਿਲਾਂ ਉਹ ਮੋਰਚਾ ਟਾਇਆ ਫਿਰ ਟੈਂਕ ਨੂੰ ਠੀਕ ਕੀਤਾ ਟੈਂਕ ਤੋਂ ਬਾਅਦ ਚ ਗੁਰੂ ਪਿਆਰੇ ਖਾਲਸਾ ਜੀ ਫਿਰ ਇਹਨਾਂ ਨੇ ਬਰਾੜ ਨੇ ਇੱਕ ਟੈਂਕ ਦੇ ਉੱਤੇ ਸਪੀਕਰ ਵੱਡਾ ਲਾ ਕੇ ਤੇ ਅਕਾਲ ਤਖਤ ਸਾਹਿਬ ਵੱਲ ਨੂੰ ਮੁੱਖ ਕਰਕੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਕਿਹਾ ਕਿ ਇੱਥੋਂ ਦੇ ਮੁੱਖ ਦੋ ਮਹਿਮਾਨ ਜਿਹੜੇ ਹਨ ਲੌਂਗੋਵਾਲ ਜੀ ਅਤੇ ਟੌੜਾ ਤੇ 25 ਜਿਹੜੇ ਆ ਸ਼੍ਰੋਮਣੀ ਆਪਣੇ 25 ਫੈਡਰੇਸ਼ਨ ਦੇ ਜਿਹੜੇ ਮੁੱਖ ਭਾਈ ਮਨਜੀਤ ਸਿੰਘ ਜੀ ਸੰਧੂ ਚਾਵਲਾ ਭੋਮਾ ਹੋਰ ਜਿਹੜੇ ਹੁਣ ਇੰਟਰਵਿਊਆਂ ਦਿੰਦੇ ਆ ਬਹੁਤ ਇਸ ਕਰਕੇ ਉਹ ਸਾਰੇ ਇਕੱਠੇ ਪਹਿਲੋਂ ਇਹਨਾਂ ਦਾ ਇੰਤਜ਼ਾਮ ਸੀ ਕਿੱਥੋਂ ਤੁਸੀਂ ਕਿੱਦਾਂ ਆਉਣਾ ਕਿਉਂਕਿ ਆਪਾਂ ਨੂੰ ਪਤਾ ਹੁੰਦਾ ਸਾਰਾ ਇੰਤਜ਼ਾਮ ਹੁੰਦਾ ਆ ਜਿਨ੍ਹਾਂ ਨੇ ਸ਼ਹੀਦੀਆਂ ਪਾਉਣੀਆਂ ਉਹਨਾਂ ਨੂੰ ਸ਼ਹੀਦੀ ਦਾ ਮਾਰਗ ਚੁਣਨਾ ਪੈਂਦਾ ਜਿਨ੍ਹਾਂ ਨੇ ਬਚਣ ਦਾ ਮਾਰਗ ਹੁੰਦਾ ਬਚਣ ਦਾ ਜਿਹੜੇ ਬਚ ਵੀ ਗਏ ਉਹ ਬਾਅਦ 'ਚ ਆ ਕੇ ਕੁਰਬਾਨੀਆਂ ਵੀ ਜੋ ਦੇ 30 ਸਾਲਾਂ ਦੇ ਵਿੱਚ ਕੁਰਬਾਨੀਆਂ ਦੇ ਕੇ ਸ਼ਹੀਦੀਆਂ ਪ੍ਰਾਪਤ ਕਰ ਗਏ ਤੇ ਮਹਾਂਪੁਰਖਾਂ ਦੇ ਕਹੇ ਹੋਏ ਬਚਨਾਂ ਦੇ ਉੱਤੇ ਸੀਸ ਲਾ ਗਏ ਪਰ ਗੁਰੂ ਪਿਆਰੇ ਖਾਲਸਾ ਜੀ ਉਹ ਟੈਂਕ ਦੇ ਉੱਤੇ ਸਪੀਕਰ ਲਾ ਕਹਿੰਦਾ ਵੀ ਇੱਥੋਂ ਦੇ ਜਿਹੜੇ ਜ਼ਿੰਮੇਵਾਰ ਸਨ ਉਹ ਸਾਡੇ ਕੋਲ ਹੱਥ ਖੜੇ ਕਰਕੇ ਜਾਂ ਸਰੈਂਡਰ ਹੋ ਗਏ ਸਾਡੇ ਕਬਜ਼ੇ ਵਿੱਚ ਹਨ ਤੇ ਤੂੰ ਤੇ ਤੇਰੇ ਸਾਥੀ ਭਿੰਡਰਾਂ ਵਾਲੇ ਨੂੰ ਕਹਿ ਰਹੇ ਹਨ ਬੋਲੀ ਇਹੋ ਜੀ ਬੋਲਦੇ ਹੁੰਦੇ ਆ ਵੀ ਇੱਥੇ ਪੇਸ਼ ਹੋ ਜਾਓ ਨਹੀਂ ਤੇ ਅਸੀਂ ਤੋਪਾਂ ਦੇ ਗੋਲੇ ਮਾਰ ਕੇ ਮੰਦਰ ਡਾ ਦਿਆਂਗੇ ਪਰ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਕਿਉਂਕਿ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਵੀ ਬਰਾੜ ਤੇ ਕੇਸ ਇੱਧਰ ਉਹ ਵੀ ਬਰਾੜ ਜਿਹੜਾ ਇੰਗਲੈਂਡ ਦੇ ਵਿੱਚ ਆਇਆ ਸੀ ਸਿੰਘਾਂ ਨੇ ਕੋਸ਼ਿਸ਼ ਤਾਂ ਕੀਤੀ ਚਲੋ ਸਮੇਂ ਅਨੁਸਾਰ ਹੁੰਦਾ ਸਾਰੀਆਂ ਪਰਮਾਤਮਾ ਦੇ ਹੱਥ ਵਿੱਚ ਹੁੰਦਾ ਹੈ ਇਹ ਕਿਹੜੇ ਕਾਰਜ ਹੋਣੇ ਕਿਹੜੇ ਨਹੀਂ ਹੋਣੇ ਆਪਾਂ ਨੂੰ ਭਾਣਾ ਮੰਨਣਾ ਪੈਂਦਾ ਗੁਰੂ ਪਿਆਰੇ ਖਾਲਸਾ ਜੀ ਬਰਾੜਾਂ ਦੋਹਾਂ ਬਰਾੜਾਂ ਦੇ ਇੱਕ ਗੁਰੂ ਗੋਬਿੰਦ ਸਿੰਘ ਦਾ ਬਰਾੜ ਤੇ ਇੱਕ ਦੂਜੇ ਪਾਸੇ ਇੰਦਰਾ ਗਾਂਧੀ ਦਾ ਬਰਾੜ ਉਹਨਾਂ ਦੇ ਸਵਾਲ ਜਵਾਬ ਉੱਤਰ ਪ੍ਰਸ਼ਨ ਜਿਸ ਤਰ੍ਹਾਂ ਹੋ ਰਹੇ ਆ ਉਹ ਬੋਲ ਕੇ ਤਾਂ ਸ਼ਾਇਦ ਇੱਕ ਛੰਦ ਹੋਰ ਲਾ ਕੇ ਅਸੀਂ ਸਮਾਪਤੀ ਕਰ ਦੇਵਾਂਗੇ 5-7 ਮਿੰਟਾਂ ਦੇ ਵਿੱਚ ਹੀ ਇਸ ਵਾਸਤੇ ਗੁਰੂ ਪਿਆਰੇ ਖਾਲਸਾ ਜੀ ਜੋ ਉਹਨਾਂ ਦੇ ਸਵਾਲ ਜਵਾਬ ਹੋ ਰਹੇ ਨੇ ਭਾਈ ਜਗੀਰ ਸਿੰਘ ਜੀ ਮਸਤ ਦੀ ਕਲਮ ਨੇ ਉਹ ਜਿਸ ਤਰ੍ਹਾਂ ਕਲਮ ਬੰਦ ਕੀਤੇ ਆ ਉਹਨੂੰ ਆਪਾਂ ਇਸ ਤਰ੍ਹਾਂ ਸਰਵਣ ਕਰੀਏ ਜੀ ਰਲ ਗਈ ਜੁੰਡਲੀ ਤਿੱਕੜੀ ਦੋਸ਼ੀਆਂ ਦੀ ਹਮਲਾ ਘਰ ਮੰਦਰ ਤੇ ਕਰਵਾਇਆ ਤਾਂ ਆਪਣਿਆਂ ਨੇ
ਓਏ ਫੌਜੀ ਵੇਖ ਕਹਿਲ ਗਏ ਮਗਰੋਂ ਸਿਧਾਲ ਕਹਿਣ ਲੱਗਾ ਜਰਨੈਲ ਐਵੇਂ ਮਾਰ ਖਾਵੋ ਨਾ ਆਜੋ ਪੇਸ਼ ਹੋ ਜੋ ਜਾਨਾ ਕੀਮਤੀ ਗਵਾਵੋ ਨਾ ਆਜੋ ਪੇਸ਼ ਹੋ ਜੋ ਜਾਨਾ ਕੀਮਤੀ ਗਵਾਵੋ ਨਾ ਉਹ ਕਹਿੰਦਾ ਸਿੱਖ ਸਰਦਾਰ ਜੋ ਸੀ ਕੌਮੀ ਜਥੇਦਾਰ ਯਾਦ ਕਰੂ ਸੰਸਾਰ ਐਸੇ ਕੰਮ ਕਰਾਂਗੇ ਅਸੀਂ ਆਖਰੀ ਸਵਾਸਾਂ ਤੱਕ ਲੜਾ ਮਰਾਂਗੇ ਅਸੀਂ ਆਖਰੀ ਸਵਾਸਾਂ ਤੱਕ ਲੜਾ ਮਰਾਂਗੇ ਸਾਡੇ ਕੋਲ ਫੌਜੀ ਬਲ ਸਾਡੇ ਕੋਲ ਫੌਜੀ ਵੱਲ ਦੇ ਤਾਂ ਸੈਂਟਰ ਨਿਕਾਲਿਆ ਤੇ ਪਿੱਛੇ ਭਲੋ ਪਾਲ ਹੁੰਦੀ ਕਰੜਾਈ ਐ ਮੌਤ ਜਾਪਦੀ ਤੁਹਾਡੀ ਸਾਨੂੰ ਲਾਗੇ ਆਈ ਐ ਮੌਤ ਜਾਪਦੀ ਤੁਸਾਂ ਦੀ ਸਾਨੂੰ ਲਾਗੇ ਆਈ ਐ ਉਹ ਜੋ ਵੀ ਕਰ ਨਾ ਤੂੰ ਕਰ ਸਾਨੂੰ ਮੌਤ ਦਾ ਨਾ ਡਰ ਸੀਸ ਤਲੀਆਂ ਤੇ ਧਰ ਹੱਸ ਜਿੰਦ ਵਾਰੀਏ ਜਾਨਾਂ ਵਾਰ ਕੇ ਸਿੱਖੀ ਦੀ ਅਸੀਂ ਸੇਵਾ ਕਰੀਏ ਜਾਨਾਂ ਵਾਰ ਕੇ ਸਿੱਖੀ ਦੀ ਅਸੀਂ ਸੇਵਾ ਕਰੀਏ ਆਮ ਸ਼ੇਖੀਆਂ ਨਾ ਮਾਰੋ ਕੋਜੇ ਅਕਲ ਵਿਚਾਰੋ ਜਾਨਾ ਕੀਮਤੀ ਨਾ ਮਾਰੋ ਐਵੇਂ ਪਾੜੇ ਭੰਗ ਦੇ ਐਵੇਂ ਸ਼ੇਖੀਆਂ ਨਾ ਮਾਰੋ ਕੋਜੀ ਅਕਲ ਵਿਚਾਰੋ ਜਾਨਾ ਕੀਮਤੀ ਨਾ ਮਾਰੋ ਐਵੇਂ ਪਾੜੇ ਭੰਗ ਦੇ ਇੱਥੇ ਖੂਨ ਨਾ ਵਗਣ ਕਿਤੇ ਵਾਂਗ ਗੰਗ ਦੇ ਇੱਥੇ ਖੂਨ ਨਾ ਵਗਣ ਕਿਤੇ ਵਾਂਗ ਗੰਗ ਦੇ ਬਾਜਾਂ ਵਾਲੇ ਦੇ ਖਲਾਲ ਕਰ ਦੇਵਾਂਗੇ ਕਮਾਲ ਬਾਜਾਂ ਵਾਲੇ ਦੇ ਖਲਾਲ ਕਰ ਦੇਵਾਂਗੇ ਕਮਾਲ ਜੋਨੇ ਤੁਸਾਂ ਦੇਖਿਆ ਲਿਓ ਉਹ ਦੂਰੇ ਰਹਿਣਗੇ ਸਿੰਘ ਬਦਲੇ ਤੁਹਾਤੋਂ ਗਿਣ ਗਿਣ ਲੈਣਗੇ ਸਿੰਘ ਬਦਲੇ ਤੁਹਾਤੋਂ ਗਿਣ ਗਿਣ ਲੈਣਗੇ ਤੁਸੀਂ ਬਾਣੇ ਅੱਤਵਾਦੀ ਬਾਣ ਬੈਠੇ ਵੱਖਵਾਦੀ ਮੰਨੇ ਗਏ ਹੋਇਆ ਬੁਰਾਦੀ ਤੁਸਾਂ ਦੇ ਕਸੂਰ ਜੇ ਤੋਪਖਾਨੇ ਵਿੱਚ ਪਲਾ ਦੇਖ ਪਾਉਣੇ ਪੂਰ ਜੇ ਤੋਪਖਾਨੇ ਵਿੱਚ ਪਲਾ ਦੇਖ ਪਾਉਣੇ ਪੂਰ ਜੇ ਉਹ ਸਾਰੇ ਸਿੰਘ ਅਪਰਾਧੀ ਸਾਰੇ ਸਿੱਖੀ ਅੱਤਵਾਦੀ ਸਾਰੀ ਕੌਮ ਵੱਖਵਾਦੀ ਸਰ ਕਾਰ ਕਵੇ ਪਈ ਜੈਜ ਸਿੰਘਾਂ ਦੀਆਂ ਮੰਗਾਂ ਇੰਦਰਾ ਨਾ ਦਵੇ ਪਈ ਜੈਜ ਸਿੰਘਾਂ ਦੀਆਂ ਮੰਗਾਂ ਇੰਦਰਾ ਨਾ ਦਵੇ ਪਈ ਓ ਆਜੋ ਪੇਸ਼ ਹੋ ਜੋ ਸਾਰੇ ਲਈ ਤੇ ਜਾਓਗੇ ਤੁਸੀਂ ਮਾਰੇ ਤੋਪਾਂ ਆਗੀ ਅੰਗਿਆਰੇ ਹੁਣੀ ਬਰਸਾਉਣੇ ਨੇ ਸਾਰੇ ਸਿੰਘੂ ਬਣ ਜਾਣੇ ਕਾਲ ਦੇ ਪਰੌਣੇ ਨੇ ਉਹ ਸਾਰੇ ਸਿੰਘ ਬਣ ਜਾਣ ਕਾਲ ਦੇ ਪਰੌਣੇ ਨੇ ਉਹ ਵੀ ਕਰ ਨਾ ਤੂੰ ਕਰ ਸਾਨੂੰ ਮੌਤ ਦਾ ਨਾ ਡਰ ਜੋ ਵੀ ਕਰਨਾ ਤੂੰ ਕਰਨਾ ਕਿ ਮਸਤਾਂ ਨੂੰ ਡਰ ਸੀਸ ਤਾਲੀਆਂ ਤੇ ਧਰ ਕੇ ਸ਼ਹੀਦੀ ਪਾਉਣੀ ਐ ਜਾਨਾਂ ਵਾਰ ਕੇ ਸਿੱਖੀ ਦੀ ਸ਼ਾਨ ਚਮਕਾਉਣੀ 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 ਐ ਹੋ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਗੁਰੂ ਪਿਆਰੇ ਖਾਲਸਾ ਜੀ, ਦਿੱਤਾ ਹੋਇਆ ਸਮਾਂ ਸਮਾਪਤ ਹੈ। ਸਾਡੇ ਸਤਿਕਾਰਯੋਗ ਭਾਈ ਕੁਲਵੰਤ ਸਿੰਘ ਜੀ ਭਿੰਡਰ ਹੋਲਾਂ ਵੱਲੋਂ ਹੁਕਮ ਹੋ ਗਿਆ ਕਿ ਆਪਾਂ ਇੱਥੇ ਹੀ ਸਮਾਪਤੀ ਕਰਨੀ ਹੈ। ਤੁਸੀਂ ਮਹਾਂਪੁਰਖਾਂ ਦੇ ਬਚਨ ਸੁਣੇ ਹਨ ਅਤੇ ਜਕਾਰੇ ਛੱਡਣ ਨੂੰ ਸਾਰਿਆਂ ਦਾ ਦਿਲ ਕਰਦਾ ਹੈ। ਜਦੋਂ ਸ਼ਹੀਦੀ ਦੀ ਗੱਲ ਆਉਂਦੀ ਹੈ, ਗੁਰੂ ਪਿਆਰੇ ਖਾਲਸਾ ਜੀ ਜਦੋਂ ਸਿੰਘ ਜੂਝਦੇ ਹੋਣ, ਇੰਨੀ ਕੁਰਬਾਨੀ ਕਰਨ ਨੂੰ ਤਿਆਰ ਹੋਣ ਕਿ ਇੱਕ ਦੁਨੀਆ ਦੀ ਸੱਤਵੀਂ ਤਾਕਤ ਦੇ ਸਾਹਮਣੇ ਇੱਕ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਇਸ ਤਰ੍ਹਾਂ ਗੱਜ ਕੇ ਉਹਨਾਂ ਚੀਜ਼ਾਂ ਦਾ ਜਵਾਬ ਦਿੰਦੇ, ਕਹਿੰਦੇ ਨਹੀਂ ਤੁਹਾਡੇ ਅੱਗੇ ਸਰੈਂਡਰ ਨਹੀਂ ਹੋ ਸਕਦੇ ਅਸੀਂ। ਗੁਰੂ ਪਿਆਰੇ ਖਾਲਸਾ ਜੀ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛੱਡਿਆ ਖੇਤ। ਕਦੀ ਵੀ ਗੁਰੂ ਕਿਰਪਾ ਕਰੇ ਸਿੱਖ ਜਿਹੜਾ ਇਸ ਤਰ੍ਹਾਂ ਕੰਡ ਨਹੀਂ ਵਿਖਾਉਂਦਾ, ਚੜ੍ਹਦੀ ਕਲਾ ਹੁੰਦੀ ਹੈ। ਅੱਗੇ ਬੇਨਤੀ ਕੀਤੀ ਆ, ਮਹਾਂਪੁਰਖਾਂ ਦੇ ਬਚਨ ਅੱਜ ਤੱਕ ਅਟੱਲ ਹਨ ਤੇ ਗਾਂ ਵੀ ਅਟੱਲ ਰਹਿਣਗੇ। ਇੱਕ ਸਾਧ ਬਚਨ ਅਟਲਾਦਾ, ਇਸੇ ਤਰ੍ਹਾਂ ਗੁਰੂ ਕਿਰਪਾ ਕਰੇ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਤੇ ਜੋ ਮੀਡੀਆ KTV ਦੇ ਰਾਹੀਂ ਸੰਗਤਾਂ ਨੂੰ ਘਰੇ ਬੈਠਿਆਂ ਜੋ ਪ੍ਰੋਗਰਾਮ ਵਿਖਾਲਿਆ ਜਾ ਰਿਹਾ ਜਾਂ ਵਿਖਾਲਿਆ ਜਾਊਗਾ, ਇਸ ਕਰਕੇ ਗੁਰੂ ਪਿਆਰੇ ਕਿਰਪਾ ਖਾਲਸਾ ਜੀ ਤੇ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ। ਕਿਉਂਕਿ ਜਿੰਨੀ ਕੋਈ ਸੇਵਾ ਇਹਨਾਂ ਦਿਨਾਂ ਵਿੱਚ ਕਰ ਸਕਦਾ ਉਸ ਦਾ ਫਲ ਜ਼ਰੂਰ ਪ੍ਰਾਪਤ ਹੋਵੇਗਾ ਤੇ ਜਿੰਨੀ ਕੋਈ ਕੜਤਣ ਵਧਾਵੇਗਾ ਉਸ ਨੂੰ ਕੜਤਣ ਦਾ ਸਾਹਮਣਾ ਕਰਨਾ ਪਵੇਗਾ। ਇਸ ਕਰਕੇ ਅਸੀਂ ਦਾਸ ਪ੍ਰਬੰਧਕਾਂ ਦਾ ਤੇ ਮੀਡੀਆ ਦਾ ਤੇ ਹੋਰ ਨੌਜਵਾਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਇਹਨਾਂ ਬੋਲਦਿਆਂ ਹੋਇਆਂ ਕਈ ਲਫ਼ਜ਼ ਕਈ ਵੱਧ ਘੱਟ ਬੋਲ ਜਾਂਦੇ ਹਨ, ਇਸ ਕਰਕੇ ਦਾਸ ਖਿਮਾ ਦਾ ਜਾਚਕਾ ਅੱਗੇ ਤੋਂ ਪੂਰੇ ਜਥੇ ਨਾਲ ਇਸੇ ਤਰ੍ਹਾਂ ਹੀ ਸੇਵਾ ਕਰਨ ਦਾ ਯਤਨ ਕਰੇਗਾ। ਗੱਜ ਕੇ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਾਧ ਸੰਗਤ ਜੀ, ਦਾਸ ਧੰਨਵਾਦ ਕਰਦਾ ਹੈ ਜਾਗੋ ਵਾਲੇ ਸਿੰਘਾਂ ਦੇ ਜਥੇ ਦਾ, ਜਿਨ੍ਹਾਂ ਨੇ 1984 ਦੇ ਕੱਲੂ ਘਾਰੇ ਦਾ ਇਤਿਹਾਸ ਸਾਡੇ ਸਾਹਮਣੇ ਪੇਸ਼ ਕੀਤਾ ਹੈ। ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਇਹਨਾਂ ਸਿੰਘਾਂ ਨੂੰ, ਇਸ ਜਥੇ ਨੂੰ ਇਸੇ ਤਰ੍ਹਾਂ ਸੇਵਾ ਕਰਨ ਦਾ ਬਲ, ਉਦਮ, ਪ੍ਰੇਰਨਾ ਜਾਂ ਬਖਸ਼ਿਸ਼ ਕਰਨ। ਤੇ ਸਾਧ ਸੰਗਤ ਸਾਡੇ ਕੋਲ ਹੁਣ ਸਾਡੇ ਬਹੁਤ ਹੀ ਸਤਿਕਾਰਯੋਗ ਗਿਆਨੀ ਅਨੂਪ ਸਿੰਘ ਜੀ ਅੰਮ੍ਰਿਤਸਰ ਸਾਹਿਬ ਵਾਲੇ